ਵਾਹਿਗੁਰੂ ਵਾਹਿਗੁਰੂ ਜੀ। ਸੇਵਕ ਕਹਿ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨ ਸਕੈ ਕਉ ਤੂੰ ਕਦ ਕਾ। 84 ਲੱਖ ਜੂਨ ਉਪਾਈ, रिज़्क़ दिया सब हूँ को तद का। सेवक कै भरपूर जुग जुग, वाहिगुरु तेरा सब सदका। ज्यों बुलावैं त्यों बोलह स्वामी, कुदरत कमन हमारी। साध संग नानक जस गायो, जो प्रभ की अत प्यारी। सज्जन सच्चा पातशाह, सिर शाहां दे शाह। जिस पास बैठे हाँ सोही है, सबना दावे सा। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਾਰੀ ਗਾਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣਾ। ਹਾਥ ਦੇ ਰਾਖੇ ਘਰ ਆਪਣੇ, ਸਦਾ ਸਦਾ ਰੰਗ ਮਾਣਾ। ਹਮਾਰੀ ਗਾਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣਾ। ਹਾਥ ਦੇ ਰਾਖੇ ਘਰ ਆਪਣੇ, ਸਦਾ ਸਦਾ ਰੰਗ ਮਾਣਾ। ਸਾਚਾ ਸਾਹਿਬ ਸਦ ਮਿਹਰਵਾਣਾ, ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਹੋਈ ਸਰਬ ਕਲਿਆਣਾ, ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣਾ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਾਧ ਕੁਰਬਾਨਾ, ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣਾ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਾਧ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ। ਗੁਰੂ ਪਾਤਸ਼ਾਹ ਦੀ ਅਪਰਿਪਾਰ ਬਖਸ਼ਿਸ਼ ਹੋਈ ਹੈ।
ਉਸੇ ਨੇ ਹੀ ਪ੍ਰੇਰਿਆ ਹੈ ਕਿ ਮੇਰੇ ਪਿਆਰਿਓ ਆਓ, ਤੁਹਾਨੂੰ ਉਡੀਕ ਰਿਹਾ ਹਾਂ, ਤੁਹਾਡੇ ਵਾਸਤੇ ਇਹ ਅੰਮ੍ਰਿਤ ਲੈ ਕੇ ਆਇਆ ਹਾਂ, ਤੁਹਾਨੂੰ ਜੀਵਨ ਦਾਨ ਦੇਣ ਵਾਸਤੇ ਪ੍ਰਮਾਤਮਾ ਨੇ ਮੈਨੂੰ ਭੇਜਿਆ ਹੈ। ਸਤਿਗੁਰੂ ਹਮੇਸ਼ਾ ਹੀ ਆਵਾਜ਼ਾਂ ਦਿੰਦੇ ਰਹਿੰਦੇ ਹਨ, ਸਾਨੂੰ ਉਡੀਕਦੇ ਰਹਿੰਦੇ ਹਨ। ਸੋਰਨਾਰ ਮੋਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਚਸ਼ਮਾ ਆਬੇ ਹਯਾਤ, ਇਹ ਅੰਮ੍ਰਿਤਸਰ ਸਿਫਤੀ ਦਾ ਘਰ। ਸਾਡੀ ਅਰਦਾਸ ਦਾ ਇਹ ਅੰਗ ਹੈ ਕਿ ਸਿੱਖਾਂ ਨੂੰ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਅੱਜ ਮੈਂ ਸਮਝਦਾ ਵਿਗਿਆਨ ਦਾ ਵੀ ਧੰਨਵਾਦ ਹੈ ਕਿ ਘਰ ਬੈਠੇ ਕੋਈ ਟੀਵੀ ਖੋਲ੍ਹਦਾ, ਭਾਵੇਂ ਕਿਤੇ ਬੈਠਾ, ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ, ਹਰਿਮੰਦਰ ਸਾਹਿਬ ਦੇ ਦੀਦਾਰ ਹੋ ਜਾਂਦੇ ਹਨ। ਚੱਲ ਕੇ ਆਏ ਹੋ ਝੱਖੜ ਚਾਂਗੀ, ਮੀਂਹ ਵਰਸੈ ਵੀ ਗੁਰ ਦੇਖਣ ਜਾਏ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪੈ ਜਾਏ। ਦੂਰ ਬੈਠੇ ਇਹ PTC ਚੈਨਲ ਦੇ ਉਪਰਾਲੇ ਨਾਲ ਥਾਂ ਥਾਂ ਤੇ ਦਰਸ਼ਨ ਦੀਦਾਰੇ ਕਰਦੇ ਹੋ, ਸੁਣਦੇ ਹੋ। ਚੱਲ ਕੇ ਜੋ ਆਏ ਹੋ ਵਡਭਾਗੇ ਹੋ। ਚੱਲ ਰਹੀ ਪਰੰਪਰਾ ਅਨੁਸਾਰ ਜੋ ਸਵੇਰੇ ਸੱਚਖੰਡ ਹਰਿਮੰਦਰ ਸਾਹਿਬ ਹੁਕਮ ਬਖਸ਼ਿਸ਼ ਹੁੰਦਾ, ਗੁਰਦੁਆਰੇ ਦੀਵਾਨ ਹਾਲ ਮੰਜੀ ਸਾਹਿਬ ਉਸ ਦੀ ਵਿਚਾਰ ਹੁੰਦੀ ਹੈ। ਅੱਜ ਉਹ ਹੁਕਮ ਆਇਆ ਹੈ, ਅੰਕ 619 ਵੀ ਤੇ ਸੁਭਾਇਮਾਨ ਹੈ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸੋਠ ਰਾਗ ਵਿੱਚ ਸ਼ਬਦ ਹੈ, ਸਤਿਕਾਰਯੋਗ। ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਉਹਨਾਂ ਨੇ ਆਪ ਨੂੰ ਮੂਲ ਪਾਠ ਸਰਵਣ ਕਰਵਾਇਆ ਹੈ। ਵਿਚਾਰ ਆਪਾਂ ਆਰੰਭ ਕਰੀਏ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਉ। ਇਹ ਸ਼ਬਦ ਦਾ ਧੁਰਾ ਹੈ, ਕੇਂਦਰੀ ਭਾਵ ਹੈ। ਗੁਰੂ ਹਮੇਸ਼ਾ ਚਾਹੁੰਦਾ ਸਿੱਖ ਨੂੰ ਤੱਤੀ ਹਵਾ ਨਾ ਲੱਗੇ। ਗੁਰੂ ਚਾਹੁੰਦਾ ਹੈ ਸਿੱਖ ਸਦਾ ਵਾਸਤੇ ਸੁਖੀ ਰਹੇ। ਸਤਿਗੁਰੂ ਚਾਹੁੰਦੇ ਹਨ, ਆਏ ਹਨ ਤੇ ਇਹਨਾਂ ਦਾ ਮਨੁੱਖਾ ਜਨਮ ਸਫਲ ਹੋ ਜਾਵੇ। ਇਹ ਜੀਵਨ ਮੁਕਤੀ ਹੋਣ, ਪਰਮਾਤਮਾ ਵਿੱਚ ਲੀਨ ਹੋ ਕੇ ਜੀਣ। ਬਸ ਲੀਨ ਹੋਣਾ ਹੀ ਤੇ ਮੁਕਤੀ ਹੈ। ਉਸ ਦੀ ਯਾਦ ਬਣੀ ਰਹੇ, ਯਾਦ ਵਿੱਚ ਲੀਨ ਰਹੀਏ। ਗੁਰੂ ਸਿੱਖ ਦੀ ਹਮੇਸ਼ਾ ਰੱਖਿਆ ਕਰਦਾ ਹੈ। ਇੱਕ ਨਜ਼ਾਰਾ ਮੈਂ ਅੱਖਾਂ ਨਾਲ ਆਪ ਵੇਖਿਆ। ਇੱਕ ਮੁਰਗੇ ਦੇ ਕੋਈ 15 ਕੁ ਬੱਚੇ ਛੋਟੇ ਛੋਟੇ ਨਾਲ ਚੁਗ ਰਹੇ ਸਨ। ਉਹ ਇੱਲਾਂ ਪੈਂਦੀਆਂ ਸਨ ਤੇ ਬੱਚੇ ਚੁੱਕ ਕੇ ਲੈ ਜਾਂਦੀਆਂ ਸਨ। ਉਹਨੇ ਵੇਖ ਲਿਆ ਇੱਲ ਆ ਰਹੀ, ਉਹਨੇ ਪੰਖ ਆਪਣੇ ਖਿਲਾਰ ਦਿੱਤੇ ਤੇ 15 ਦੇ 15 ਬੱਚੇ ਦੌੜ ਕੇ ਉਹਦੇ ਖੰਭਾਂ ਦੇ ਥੱਲੇ ਆ ਗਏ। ਉਹਨਾਂ ਨੂੰ ਕੱਜ ਲਿਆ, ਇੱਲ ਨੂੰ ਖਾਲੀ ਜਾਣਾ ਪਿਆ। ਕੁਪਰ ਹੀੜੇ ਦੇ ਮੈਦਾਨ ਵਿੱਚ ਜਿਸ ਦਿਨ ਅਹਿਮਦ ਸ਼ਾਹ ਅਬਦਾਲੀ ਨੇ 5 ਫਰਵਰੀ ਸਨ 1762 ਨੂੰ ਹਮਲਾ ਕੀਤਾ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਜਿਵੇਂ ਉਹ ਮੁਰਗੀ ਬੱਚਿਆਂ ਨੂੰ ਬਚਾਉਂਦੀ ਹੈ। ਸਿੱਖ ਸਰਦਾਰਾਂ ਇੰਝ ਚਾਹਿਆ ਕਿ ਵਹੀਰ ਬਚ ਜਾਏ। ਗੁਰੂ ਵੀ ਕਿਰਪਾ ਕਰਦੇ ਨੇ ਕਿ ਦੁੱਖਾਂ ਦਾ ਹੜ੍ਹ ਇੱਥੇ ਸੰਸਾਰ ਤੇ ਆਉਂਦਾ। ਕੋਈ ਘਾਟ ਹੈ ਦੁੱਖਾਂ ਦੀ, ਇੱਕ ਮੁੱਕਦਾ ਨਹੀਂ। ਇੱਕ ਮੁਸੀਬਤ ਕੱਲੀ ਨਹੀਂ ਆਉਂਦੀ, ਕਈਆਂ ਨੂੰ ਨਾਲ ਲੈ ਕੇ ਆਉਂਦੀ। ਗੁਰੂ ਰੱਖਦੇ ਨੇ, ਗੁਰੂ ਕਹਿੰਦੇ ਨੇ ਮੈਂ ਤੈਨੂੰ ਬਚਾਵਾਂਗਾ। ਮੈਨੂੰ ਪ੍ਰਮਾਤਮਾ ਨੇ ਭੇਜਿਆ ਹੀ ਇਸੇ ਵਾਸਤੇ ਹੈ। ਇੱਕ ਤੇ ਸਾਹਿਬ ਉਹ ਸਦਾ ਵਾਸਤੇ ਮਿਹਰਬਾਨ ਹੈ, ਸਦਾ ਵਾਸਤੇ। ਬੰਦਾ ਸਦਾ ਮਿਹਰਬਾਨ ਨੇ।
ਇਹ ਤੇ ਹੁਣ ਕੁਝ ਹੋਰ, ਘੜੀ ਨੂੰ ਹੋਰ, ਅੱਜ ਹੋਰ ਕੱਲ ਹੋਰ। ਇਹਦੀ ਬਿਰਤੀ ਬਦਲਦੀ ਹੈ। ਮਨ ਟਿਕਾਣੇ 'ਚ ਇੱਕ ਥਾਂ ਤੇ ਨਹੀਂ, ਪਰ ਉਹ ਸਦਾ ਹੀ ਮਿਹਰਬਾਨ। ਸਵੇਰੇ ਵੀ ਮਿਹਰਬਾਨ, ਦੁਪਹਿਰ ਵੀ ਮਿਹਰਬਾਨ, ਸ਼ਾਮੀ ਵੀ ਮਿਹਰਬਾਨ, ਉਹ ਦਿਨੇ ਵੀ ਮਿਹਰਬਾਨ, ਉਹ ਰਾਤ ਵੀ ਮਿਹਰਬਾਨ, ਸਦਾ ਹੀ ਮਿਹਰਬਾਨ। ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਬੰਦ ਦਾ ਅਰਥ ਕੀ ਹੁੰਦਾ? ਬੰਨਾ, ਰੋਕ। ਆ ਰਿਹਾ ਸੀ ਦੁੱਖਾਂ ਦਾ ਹੜ, ਕਿਤੇ ਮੇਰੇ ਬੱਚਿਆਂ ਨੂੰ ਰੋੜ ਕੇ ਨਾ ਲੈ ਜਾਏ, ਉਹਨਾਂ ਬੰਨਾ ਪਾ ਦਿੱਤਾ। ਹੋਈ ਸਰਬ ਕਲਿਆਣ। ਕਲਿਆਣ ਹੁੰਦਾ ਸੁਖ ਸ਼ਾਂਤੀ ਆਨੰਦ। ਕਹਿੰਦੇ ਨੇ ਸੁਖ ਸ਼ਾਂਤੀ ਹੋ ਗਈ, ਬੰਦ ਪਾ ਦਿੱਤਾ, ਰੋਕ ਪਾ ਦਿੱਤੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਕ ਕਾ ਡੇਰਾ ਬੰਨਾ। ਇਸ ਬੰਨ ਚ ਕੀ ਪਾਇਆ? ਆਪ ਨੂੰ ਪਤਾ, ਪਿੱਛੇ ਬੰਨ ਟੁੱਟਾ ਨਹੀਂ, ਖੋਲ ਦਿੱਤਾ ਸੀ ਭਾਗੜਾ, ਤੇ ਕੀ ਹਾਲ ਕੀ ਹੋਇਆ ਸੀ? ਪਾਣੀ ਆਇਆ। ਟੀਵੀ ਤੇ ਵਿਖਾਉਂਦੇ ਸਨ, ਜਿਹੜੇ ਬੰਦ ਸਨ ਮਿੱਟੀ ਦੇ, ਉਹ ਟੁੱਟ ਗਏ, ਵਹਿ ਗਏ। ਉਹ ਬਣਾਉਣ ਤੇ ਉਹ ਫੇਰ ਵਹਿ ਜਾਣ। ਗੁਰੂ ਬੰਨ ਵਿੱਚ ਪਾਉਂਦਾ ਕੀ ਹੈ? ਉਹਨਾਂ ਨੇ ਆਖਿਆ ਤੈਨੂੰ ਬਚਾਵਾਂਗਾ, ਨਹੀਂ ਰੁੜੇਗਾ। ਬੰਨ ਵਿੱਚ ਪਾਇਆ ਅੰਮ੍ਰਿਤ। ਇਸ ਬੰਨ ਵਿੱਚ ਪਾਈ ਗੁਰਬਾਣੀ, ਬੰਨ ਵਿੱਚ ਪਾਈਆਂ ਰਹਿਤਾਂ, ਬੰਨ ਵਿੱਚ ਪਾਇਆ ਸੇਵਾ, ਬੰਨ ਵਿੱਚ ਪਾ ਦਿੱਤਾ ਸਿਮਰਨ, ਬੰਨ ਵਿੱਚ ਪਾ ਦਿੱਤਾ ਪ੍ਰਮਾਤਮਾ ਦਾ ਨਾਮ। ਕੀ ਹਾਲ ਹੈ? ਇਹ ਬੰਦ ਨਹੀਂ ਟੁੱਟੇਗਾ। ਪਰ ਹਾਂ ਇੱਕ ਗੱਲ ਜ਼ਰੂਰ ਹੈ, ਜੇ ਤੂੰ ਹੀ ਬੰਨ ਤੋਂ ਲੰਘ ਕੇ ਦੂਸਰੇ ਪਾਸੇ ਛਾਲ ਮਾਰ ਜਾਏ ਫਿਰ ਜ਼ਰੂਰ ਡੁੱਬੇਗਾ। ਫਿਰ ਮੇਰੇ ਵਾਸਤੇ ਗੱਲ ਨਹੀਂ। ਮੈਨੂੰ ਇੱਕ ਮਿਥਿਹਾਸਿਕ ਗੱਲ ਯਾਦ ਆਈ ਔਰ ਬੜੀ ਕਮਾਲ ਹੈ। ਕਮਾਲ ਹੈ ਕਿ ਸੀਤਾ ਵੀ ਛਲ 'ਚ ਆ ਜਾਂਦੀ ਹੈ ਕਿ ਉਹ ਸੋਨੇ ਦਾ ਹਰਨ। ਕਦੀ ਸੋਨੇ ਦੇ ਵੀ ਹਰਨ ਹੋਏ ਨੇ? ਸਾਡੀ ਚੰਮਾਸ ਦੇ ਹਰਨ ਹੁੰਦੇ, ਸੋਨੇ ਦਾ ਹਰਨ। ਰਾਮ ਵੀ ਆ ਗਏ ਛਲ 'ਚੋਂ, ਵੀ ਤੀਰ ਕਮਾਨ ਲੈ ਕੇ ਚਲੇ ਗਏ। ਲక్ష్మణ ਵੀ ਫਸ ਗਏ। ਕਾਰ ਤੇ ਵਾਹ ਜਾਂਦਾ, ਕਹਿੰਦਾ ਮਾਤਾ ਯਾਦ ਰੱਖ, ਤੂੰ ਜੇ ਬਾਹਰ ਜਾਏ ਤੇ ਜਾ ਸਕਣੀ, ਸੁਤੰਤਰ ਹੈ, ਲੇਕਿਨ ਕੋਈ ਅੰਦਰ ਨਹੀਂ ਆ ਸਕਦਾ। ਆਏਗਾ ਤੇ ਉਸ ਨੂੰ ਅੱਗ ਲੱਗੇਗੀ ਤੇ ਤੂੰ ਬਾਹਰ ਨਾ ਜਾਈਂ। ਹੁਣ ਸੀਤਾ ਚਲੀ ਗਈ, ਸੀਤਾ ਨੂੰ ਅੱਗ ਨਹੀਂ ਲੱਗਦੀ। ਤੁਹਾਨੂੰ ਬੇਨਤੀ ਕਰਾਂ, ਇਹ ਮਨੁੱਖਤਾ ਦੀ ਮਹਿਮਾ। ਸਾਨੂੰ ਉਹਨੇ ਸੁਤੰਤਰਤਾ ਦਿੱਤੀ ਹੈ। ਅੱਖਾਂ ਤੈਨੂੰ ਮੈਂ ਦਿੱਤੀਆਂ, ਭਾਵੇਂ ਇਹਨਾਂ ਨਾਲ ਭਲਾ ਵੇਖ ਤੇ ਭਾਵੇਂ ਬੁਰਾ ਵੇਖ, ਤੇਰੀ ਮਰਜ਼ੀ, ਪਰ ਲੇਖਾ ਬਾਅਦ ਵਿੱਚ। ਕੰਨ ਤੈਨੂੰ ਦੇ ਦਿੱਤੇ ਨੇ, ਭਾਵੇਂ ਸ਼ਬਦ ਸੁਣ ਤੇ ਭਾਵੇਂ ਗਾਲੀਆਂ ਸੁਣ, ਵਰਤ ਕੰਮ ਆਉਣਗੇ। ਲੱਤਾਂ ਪੈਰ ਤੈਨੂੰ ਦੇ ਦਿੱਤੇ, ਭਾਵੇਂ ਗੁਰਦੁਆਰੇ ਜਾ ਤੇ ਭਾਵੇਂ ਜੂਏ ਘਰ ਜਾ, ਦੋਏ ਪਾਸੇ ਹੀ ਜਾਣਗੇ। ਸੁਤੰਤਰਤਾ ਉਸਨੇ ਦੇ ਦਿੱਤੇ। ਤੇ ਜੇ ਕਿਤੇ ਪਰਤੰਤਰਤਾ ਹੁੰਦੀ, ਅਸੀਂ ਜਾ ਹੀ ਨਾ ਸਕਦੇ, ਫਿਰ ਤੇ ਪੱਥਰ ਹੁੰਦੇ। ਤੁਸੀਂ ਅਮਰੀਕਾ ਹੋ ਆਓ, ਪੱਥਰ ਜਿੱਥੇ ਪਿਆ ਉੱਥੇ ਹੀ ਪਿਆ, ਪਰਤੰਤਰ ਹਿੱਲ ਨਹੀਂ ਸਕਦਾ। ਉਹਨਾਂ ਕਿਹਾ ਤੂੰ ਪੁੰਨ ਕਰਨ ਵਾਸਤੇ ਵੀ ਸੁਤੰਤਰ ਹੈ, ਪਾਪ ਕਰਨ ਵਾਸਤੇ ਵੀ ਸੁਤੰਤਰ ਹੈ। ਭਾਵੇਂ ਝੂਠ ਬੋਲ, ਜ਼ੁਬਾਨ ਸਾਥ ਦੇਵੇਗੀ। ਉਹਨੇ ਇਹ ਨਹੀਂ ਆਖਣਾ ਮੈਂ ਨਹੀਂ ਚੱਲਦੀ। ਤੂੰ ਸੱਚ ਬੋਲੋ ਤਾਂ ਵੀ ਸਾਥ ਦੇਵੇਗੀ। ਸੀਤਾ ਲੰਘ ਜਾਂਦੀ ਹੈ, ਸੁਤੰਤਰ ਹੈ, ਲੇਕਿਨ ਬਾਅਦ ਵਿੱਚ ਕੀ ਹੁੰਦਾ? ਦੁੱਖਾਂ ਦਾ ਇੱਕ ਕਾਂਡ ਜਿਹੜਾ ਸ਼ੁਰੂ ਹੋ ਜਾਂਦਾ। ਰਾਮ ਰਾਏ ਦੇ ਕੋਲ ਵੀ ਗੁਰੂ ਨੇ ਬੰਨ ਬਣਾ ਕੇ ਭੇਜਿਆ ਸੀ। ਉਹ ਔਰੰਗਜ਼ੇਬ ਕੋਲ ਜਾ ਰਹੇ ਹੈ, ਵੇਖੀ ਕਿਤੇ ਰੁੜ ਨਾ ਜਾਏ। ਲੇਕਿਨ ਉਸਨੇ ਸੋਚਿਆ ਗੁਰੂ ਦਾ ਜਿਹੜਾ ਬੰਨ ਹੈ ਇੱਥੇ ਠੀਕ ਹੈ, ਨਾਮਦਾਨ ਹੈ, ਸੇਵਾ ਸਿਮਰਨ ਹੈ, ਪਰ ਔਰੰਗਜ਼ੇਬ ਤੇ ਪਤਾ ਨਹੀਂ ਕੋਈ ਇਲਾਕਾ ਹੀ ਦੇ ਦੇ। ਖੁਰਵਦੀ ਧੂਮ ਦਾ ਇਲਾਕਾ, ਪਿੰਡ 5-6 ਉਸਨੇ ਦੇ ਦਿੱਤੇ ਸਨ। ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਿਆ ਨਾ, ਗੁਰੂ ਗੋਬਿੰਦ ਸਿੰਘ ਰਿਸ਼ਤੇ ਤੋਂ ਉਹਦਾ ਚਾਚਾ ਜੀ ਲੱਗਦੇ ਸਨ। ਪੌਂਟਾ ਸਾਹਿਬ ਮਿਲੇ ਨੇ ਜਮਨਾ 'ਚ, ਬੇੜੀ 'ਚ। ਕਹਿਣ ਲੱਗਾ ਬੜਾ ਦੁਖੀ ਹੋਇਆ ਵਿਛੜ ਕੇ, ਬਹੁਤ ਦੁਖੀ ਹੋਇਆ। ਹੱਸ ਪਏ ਸਤਿਗੁਰੂ।
ਕਹਿਣ ਲੱਗੇ ਜਿਹੜਾ ਗੁਰੂ ਦੇ ਬੇੜੇ 'ਚ ਉਤਰ ਕੇ ਕਿਸੇ ਹੋਰ ਬੇੜੇ 'ਚ ਬੈਠ ਜਾਏ ਉਹ ਦੁਖੀ ਨਾ ਹੋਵੇ ਤੇ ਹੋਰ ਕੀ ਹੋਵੇ। ਕਹਿਣ ਲੱਗਾ ਭੁੱਲੋ ਕੀ, ਬੜੀ ਗਲਤੀ ਹੋ ਗਈ ਮੇਰੇ ਕੋਲੋਂ। ਗੁਰੂ ਨਾਨਕ ਦੇਵ ਦਾ ਇੱਕ ਬਚਨ ਮੈਨੂੰ ਯਾਦ ਆਇਆ, ਸਾਨੂੰ ਸੁਚੇਤ ਕਰਦਾ। ਇਹ ਮਲਾਰ ਕੇ ਵਾਰ ਵਿੱਚ ਆਪ ਨੂੰ ਮਿਲੇਗਾ। ਸਾਹਿਬ ਫਰਮਾਉਂਦੇ ਨੇ, ਅੰਧੀ ਕੰਮੀ ਅੰਧ ਮਨ। ਅੰਧੇ ਕੰਮ ਕਰਨ ਕਰਕੇ ਮਨ ਵੀ ਅੰਨਾ ਹੋ ਜਾਂਦਾ। ਫਿਰ ਅੰਧੇ ਮਨ ਕੋਲੋਂ ਚੰਗਾ ਕੰਮ ਕਿੱਥੇ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ। ਮਨ ਅੰਧਾ ਹੋਣ ਨਾਲੇ ਅੱਖਾਂ ਵੀ ਹੁੰਦਿਆਂ ਵੀ ਅੰਧੀਆਂ, ਇਹ ਕੰਨ ਵੀ ਅੰਧੇ, ਇਹ ਸਭ ਕੁਝ ਹੀ ਅੰਧੇ। ਜਿੰਨੇ ਗਿਆਨ ਇੰਦਰੇ ਕਰਮ ਇੰਦਰੇ ਸਭ ਅੰਨੇ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ। ਕਹਿੰਦੇ ਨੇ ਚਿੱਕੜ ਲਾਇਆ ਤੇ ਆ ਕਿਹਾ ਥੀਏ ਜਦ ਪੱਥਰ ਟੁੱਟਾ ਬੰਦ। ਉਹ ਭਲਿਆ ਜਦੋਂ ਪੱਥਰ ਦਾ ਬੰਦ ਜਿੱਥੇ ਟੁੱਟ ਜਾਣ ਉੱਥੇ ਚਿੱਕੜ ਕੀ ਕਰੇਗਾ, ਚਿੱਕੜ ਦਾ ਬੰਨ ਕੀ ਕਰੇਗਾ। ਪੱਥਰ ਦਾ ਬੰਦ ਸੀ ਪ੍ਰਮਾਤਮਾ ਦਾ ਨਾਮ, ਪੱਥਰ ਦਾ ਬੰਦ ਸੀ ਗੁਰੂ ਦਾ ਸ਼ਬਦ। ਉਹਨਾਂ ਕਿਹਾ ਸਿੱਖਾ ਤੇਰੀ ਰਖਵਾਲੀ ਲਈ ਮੈਂ ਪ੍ਰਬੰਧ ਕੀਤਾ। ਕਿਹੜਾ ਸ਼ਬਦ ਤੇਰੀ ਰੱਖਿਆ ਕਰੇਗਾ। ਗੁਰ ਕਾ ਸ਼ਬਦ ਰਖਵਾਰੇ ਚੌਂਕੇ ਚੌਗਿਰਦ ਹਮਾਰੇ। ਰਾਮ ਨਾਮ ਮਨ ਲੱਗਾ ਜਮ ਲੈ ਜਾਏ ਕਰ ਭਾਗਾ। ਉਹ ਸੀਤਾ ਦੀ ਉਕਾਰ ਵੱਲ ਵੀ ਇਸ਼ਾਰਾ ਕੀਤਾ। ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸ਼ਰਨਾਈ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਰਾਮ ਕਹਿਰ ਨਾ ਉਲੰਘੇ। ਰਹਿਤਾਂ ਛੱਡ ਕੇ ਕੁਰੈਤਾਂ 'ਚ ਫਸ ਗਿਆ ਤੇ ਬੰਧ ਤੇ ਤੂੰ ਤੋੜ ਗਿਆ। ਨਿਤਨੇਮ ਛੱਡ ਦਿੱਤਾ ਬੰਧ ਟੁੱਟ ਗਿਆ। ਗੁਰਦੁਆਰਾ ਛੱਡ ਦਿੱਤਾ ਬੰਧ ਟੁੱਟ ਗਿਆ। ਗੁਰੂ ਦਾ ਬਚਨ ਛੱਡ ਦਿੱਤਾ, ਨਾਮ ਨੂੰ ਭੁੱਲ ਗਿਆ ਤੇ ਬੰਧ ਟੁੱਟ ਗਿਆ। ਫੇਰ ਬੰਧ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹਾਥ। ਬੰਨ ਜਦੋਂ ਟੁੱਟ ਜਾਂਦੇ ਨੇ ਨਾ ਫਿਰ ਪਾਣੀ ਇੰਨੇ ਜ਼ੋਰ ਨਾਲ ਹੜ ਵਗਦਾ, ਨਾ ਕੋਈ ਉੱਥੇ ਬੇੜੀ ਟਿਕਦੀ ਹੈ, ਨਾ ਕੋਈ ਤੁਲਹਾ ਔਰ ਨਾ ਡੂੰਘਾਈ ਦਾ ਪਤਾ ਲੱਗਦਾ। ਵਾਕਈ ਵਕਾਰਾਂ ਦਾ ਹੜ ਜਦੋਂ ਆਉਂਦਾ ਨਾ ਬੰਦਾ ਰੁੜ ਜਾਂਦਾ। ਗੁਰੂ ਦਾ ਪੱਲਾ ਕਦੀ ਨਾ ਕੋਈ ਛੱਡੇ, ਸਦਾ ਵਾਸਤੇ ਸਹਾਰਾ ਲਈ ਰਵੇ। ਗੁਰੂ ਨੇ ਬੰਨ ਪਾਇਆ ਸੀ, ਉਹਨਾਂ ਨੇ ਕਿਹਾ ਜਿਹੜਾ ਇਸ ਬੰਧ ਨੂੰ ਨਾ ਉਲੰਘੇਗਾ ਗੁਰੂ ਕਾ ਸਿੱਖ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ। ਉਹਨਾਂ ਨੇ ਕਿਹਾ ਵੇਖੋ ਬੰਧ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹਾਥ। ਨਾਨਕ ਸੱਚੇ ਨਾਮ ਬਿਨ ਖੁਰ ਕੇਤੇ ਡੁੱਬੇ ਸਾਥ। ਕਿੰਨੇ ਹੀ ਪੂਰਾ ਦੇ ਪੂਰ ਡੁੱਬ ਗਿਆ। ਨਾਮ ਦੇ ਸਹਾਰੇ ਬਿਨਾ, ਨਾਮ ਬਿਨਾ ਕਹੋ ਕੋ ਤਰਿਆ। ਇੱਕ ਦਾ ਨਾਮ ਲਵੋ, ਵੀ ਨਾਮ ਤੋਂ ਬਿਨਾ ਕੋਈ ਤਰ ਗਿਆ ਹੋਵੇ ਤੇ ਨਾਮ ਦੇ ਆਸਰੇ ਜਿਹੜਾ ਹੋਵੇ, ਇੱਕ ਦਾ ਨਾਮ ਲਵੋ ਜਿਹਨੂੰ ਕਲੰਕ ਰਿਹਾ ਹੋਵੇ। ਕੌਣ ਕੋ ਵਾਰਨਿੰਗ ਦਿੰਦੇ ਨੇ, ਕਹਿੰਦੇ ਨੇ ਇੱਕ ਦਾ ਵੀ ਨਾਂ ਲੈ ਕੇ ਮੈਨੂੰ ਦੱਸੋ ਕੌਣ ਕੋ ਕਲੰਕ ਰਹਿਓ। ਰਾਮ ਨਾਮ ਲੇਤ ਹੈ ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਵੇਖੋ ਏਡਾ ਵੱਡਾ ਮਾਲਕ ਹੋਵੇ, ਉਹਨੂੰ ਸਾਹਿਬ ਆਖਿਆ। ਗੁਰੂ ਸਾਹਿਬਾਂ ਨੇ ਸਾਹਿਬ ਸ਼ਬਦ ਥਾਂ ਥਾਂ ਵਰਤਿਆ। ਕਹਿੰਦੇ ਨੇ ਮੇਰਾ ਸਤਿਗੁਰੂ ਉਹ ਪ੍ਰਮਾਤਮਾ ਸਾਹਿਬ ਹੈ, ਸਾਚਾ ਸਾਹਿਬ। ਸਾਚ ਨਾਏ ਆਖਿਆ ਪਾਓ ਉਪਾ। ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਉਹ ਸਾਹਿਬ ਹੈ। ਸਿੱਖਾਂ ਨੇ ਗੁਰੂ ਨੂੰ ਵੀ ਸਾਹਿਬ ਆਖਿਆ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਸਿੱਖ ਉਹ ਹੈ ਜਿਸ ਦਾ ਅਕਾਲ ਪੁਰਖ ਤੇ ਭਰੋਸਾ। ਸਿੱਖ ਉਹ ਹੈ 10 ਪਾਤਸ਼ਾਹੀਆਂ ਤੋਂ ਬਗੈਰ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਦਾ। ਤੇ 10 ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਜੋਤ ਨੂੰ ਵੀ ਕਿਹਾ 10 ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਬੰਦ ਦੇ ਵਿੱਚ ਵਿੱਚ ਜਿਹੜੇ ਰਹੇ ਉਹਨਾਂ ਨੂੰ ਵੀ ਸਾਹਿਬ ਆਖੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਖ ਤੇ ਫਤਿਹ
ਬਿਰਧ ਕੀ ਪੈਜ ਪੰਥ ਕੀ ਜੀਤ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਉਸ ਕੋਲ ਨਾ ਜਾ, ਆਸ ਲੈ ਕੇ ਜਾਏ ਤੇ ਅੱਗੋਂ ਤੈਨੂੰ ਨਿਰਾਸ਼ ਕਰਕੇ ਤੋਰੇ। ਉਸ ਵੱਲ ਆ ਜਿਹੜਾ ਸਦਾ ਹੀ ਮਿਹਰਬਾਨ ਹੈ ਤੇ ਜਿਸ ਦੇ ਘਰੋਂ ਖਾਲੀ ਗਿਆ ਹੀ ਕੋਈ ਨਹੀਂ, ਹਮੇਸ਼ਾ ਝੋਲੀ ਭਰੀ ਜਾਂਦੀ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਉਸ ਦੇ ਘਰੋਂ ਮੁੱਕਦਾ ਹੀ ਨਹੀਂ। ਮਿਹਰਬਾਨ ਕਿਉਂ ਨਾ ਹੋਵੇ, ਉਹ ਕਹਿੰਦਾ ਲਈ ਜਾ, ਇੱਥੇ ਮੁੱਕਦਾ ਨਹੀਂ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਏ ਖਾਏ। ਜੁਗਾ ਜੁਗੰਤਰਾਂ ਤੋਂ ਕਿਸ ਦਾ ਦਿੱਤਾ ਖਾ ਰਹੇ? ਲੈਣ ਵਾਲੇ ਥੱਕ ਜਾਂਦੇ ਨੇ, ਹੱਥ ਇੱਕ ਦਿਨ ਰਹਿ ਜਾਂਦੇ ਨੇ, ਦਾਤਾਂ ਫਿਰ ਮੌਜੂਦ ਨੇ। ਦਾਤਾਂ ਤੇ ਉਸ ਦੀਆਂ ਨਹੀਂ ਮੁੱਕਦੀਆਂ। ਬੰਦ ਪਾਇਆ ਮੇਰੇ ਸਤਿਗੁਰ ਪੂਰਾ ਹੈ। ਮੇਰੇ ਪੂਰੇ ਸਤਿਗੁਰੂ ਨੇ ਬੰਨਾ ਪਾ ਦਿੱਤਾ, ਰੋਕ ਪਾ ਦਿੱਤੀ, ਬੰਨ ਦਿੱਤਾ। ਹੁਣ ਦੁੱਖਾਂ ਦਾ ਹੜ ਟੱਕਰ ਮਾਰ ਕੇ ਚਲਾ ਜਾਂਦਾ। ਤੁਸੀਂ ਵੇਖੋ ਸਮੁੰਦਰ ਦੇ ਵਿੱਚ ਵੀ ਘਰ ਬਣੇ ਮੈਂ ਵੇਖੇ ਨੇ। ਇਟਲੀ ਦੇ ਵਿੱਚ ਵਨੇਸ਼ੀਆ ਜਾ ਕੇ ਮੈਂ ਵੇਖਿਆ, ਵਿੱਚ ਗਲੀਆਂ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਆਉਂਦੀਆਂ ਨੇ ਛੱਲਾਂ, ਟੱਕਰ ਮਾਰ ਕੇ ਪੱਥਰਾਂ ਨੂੰ ਵਾਪਸ ਤੁਰ ਜਾਂਦੀਆਂ ਨੇ, ਧੋ ਕੇ ਨਵਾਂ ਰੂਪ ਦੇ ਜਾਂਦੀਆਂ ਨੇ। ਉਹਨਾਂ ਦਾ ਵਿਗੜਦਾ ਕੁਛ ਨਹੀਂ। ਦੁੱਖਾਂ ਦੀਆਂ ਛੱਲਾਂ ਆਉਂਦੀਆਂ ਨੇ, ਪਰ ਗੁਰੂ ਨੇ ਜਿੱਥੇ ਬੰਦ ਪਾਇਆ ਤਾਤੀ ਵਾਉ ਨਾ ਲਾਗਈ ਪਾਰ ਬ੍ਰਹਮ ਸ਼ਰਨਾਈ। ਗੁਰੂ ਨੇ ਜਿਸ ਤੇ ਕਿਰਪਾ ਕੀਤੀ, ਮਿਹਰ ਕੀਤੀ, ਉਹ ਸਦਾ ਚੜ੍ਹਦੀ ਕਲਾ ਵਿੱਚ ਨੇ। ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਸਾਰੇ ਹੀ ਸੁਖ। ਜੇ ਸਾਰੇ ਹੀ ਸੁਖ ਚਾਹੁੰਦਾ ਹੈ ਨਾ, ਜੋ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਗੁਰੂ ਦਾ ਦਰ ਤੇ ਐਸਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਮੇਰਾ ਗੁਰ ਪੂਰਾ ਸੁਖ ਦਾਤਾ, ਸੁੱਖਾਂ ਦਾ ਦਾਤਾ ਹੈ। ਉਸ ਨੇ ਚਾਰ ਛਪੇਰਿਓਂ ਬੰਨਾ ਪਾ ਦਿੱਤਾ, ਮੇਰੇ ਬੱਚਿਆਂ ਤੱਕ ਕੋਈ ਦੁੱਖ ਪੁੱਜ ਨਾ ਜਾਏ। ਇਹ ਸ਼ਬਦ ਦਾ ਕੇਂਦਰੀ ਭਾਵ ਸੀ। ਆਓ ਬਾਕੀ ਵਿਸਤਾਰ ਸਰਵਣ ਕਰੋ, ਕੋਈ ਰਸਨਾ ਖਾਲੀ ਨਾ ਰਹੇ। ਰੋਮ ਰੋਮ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਹਮਰੀ ਗਾਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਬਿਰਦ ਹੁੰਦਾ ਹੈ ਸੁਭਾਅ, ਉਹ ਅਰਥਕ ਸ਼ਬਦ ਹੈ, ਪਰ ਵੈਸੇ ਇੱਥੇ ਬਿਰਦ ਦਾ ਅਰਥ ਹੈ ਮੁੱਢਲਾ ਸੁਭਾਅ। ਹਰ ਇੱਕ ਬੰਦੇ ਦੇ ਕੋਲ ਇੱਕ ਸਹਿਜ ਹੈ। ਕਈ ਵਾਰ ਬੰਦਾ ਬੜਾ ਦਿਆਲੂ ਜਿਹਾ ਬਣ ਕੇ 2 ਮਿੰਟ ਵਿਖਾ ਦਿੰਦਾ ਹੈ ਤੇ ਘੜੀ ਬਾਅਦ ਉਹ ਕ੍ਰੋਧ ਦੀਆਂ ਲਪਟਾਂ ਬਾਹਰ ਆ ਜਾਂਦੀਆਂ ਨੇ, ਕਿਉਂਕਿ ਦਿਆਲੂ ਹੁੰਦਾ ਨਹੀਂ ਉਹ। ਪਰ ਜਿਹੜਾ ਦਿਆਲੂ ਹੈ ਨਾ, ਸੁਭਾਅ ਜੇ ਹੋਵੇ ਭਾਵੇਂ ਕੁਛ ਹੋ ਜਾਏ, ਉਹ ਹਮੇਸ਼ਾ ਦਿਆਲੂ ਹੀ ਰਹੇਗਾ। ਜੇ ਉਹਦਾ ਸੁਭਾਅ ਸਹਿਜ ਹੀ ਹੈ ਤੇ ਉਹ ਸੰਤੋਖੀ ਰਹੇਗਾ। ਉਸ ਦਾ ਬਿਰਦ ਹੈ ਬਖਸ਼ਿਸ਼ ਕਰਨ ਦਾ, ਬਖਸ਼ ਲੈਣ ਦਾ। ਇਹ ਉਸ ਦਾ ਸੁਭਾਅ ਹੈ। ਮੈਨੂੰ ਖਿਮਾ ਕਰਨਾ ਬੰਦਾ ਨਹੀਂ ਜੇ ਬੰਦੇ ਨੂੰ ਮੁਆਫ ਕਰਦਾ। ਬੰਦਾ ਤੇ ਕਿਤੇ ਇੱਕ ਅਵਗਣ ਵੇਖ ਲਵੇ, ਉਹਨੂੰ ਵਾਰ-ਵਾਰ ਯਾਦ ਕਰਾਉਂਦਾ ਮਰਨ ਤੱਕ। ਜੇ ਕਿਤੇ ਕੋਈ ਨੇਕੀ ਕਰ ਬੈਠੇ ਤੇ ਤਾਂ ਵੀ ਨਹੀਂ ਛੱਡਦਾ, ਕਹਿੰਦਾ ਮੈਂ ਕੀਤੀ ਸੀ ਨਾ ਉਹ ਕਰਦਾ ਤੇ ਤੇਰਾ ਹਾਲ ਕੀ ਹੁੰਦਾ। ਇੱਕ ਬੰਦੇ ਨੂੰ ਉਹ ਡੁੱਬਦਾ ਸੀ, ਕਿਸੇ ਬਚਾਇਆ। ਹੁਣ ਜਿੱਥੇ 4 ਬੰਦੇ ਖੜੇ ਹੋਣ ਉੱਥੇ ਆ ਕੇ ਤੈਨੂੰ ਨਾ ਬਚਾਉਂਦਾ ਤੇ ਡੁੱਬ ਜਾਣਾ ਸੀ ਨਾ। ਇਹਨੂੰ ਮੈਂ ਬਚਾਇਆ, ਇਹਨੂੰ ਮੈਂ ਬਚਾ। ਇੱਕ ਦਿਨ ਇਹਨਾਂ ਤੰਗ ਹੋਇਆ, ਉਹਨੂੰ ਬਾਂਹ ਫੜਿਆ, ਉਸੇ ਨਦੀ 'ਚ ਫਿਰ ਛਾਲ ਮਾਰੀ, ਕਹਿਣ ਲੱਗਾ ਵੀਰ ਹੁਣ ਡੁੱਬ ਕੇ ਮਰਨ ਦੇ, ਹੁਣ ਨਾ ਤੂੰ ਬਚਾਈ। ਤੇਰੇ ਰੋਜ਼-ਰੋਜ਼ ਮਾਰਨ ਨਾਲੋਂ ਇੱਕ ਦਿਨ ਮਰ ਜਾਣਾ ਚੰਗਾ। ਬੰਦਾ ਤੇ ਨੇਕੀ ਕਰ ਬੈਠੇ ਤੇ ਭੁੱਲਦਾ ਨਹੀਂ, ਪਰ ਉਹ ਮਾਲਕ। ਹੁਣ ਜੇ ਤੇ ਕਿਤੇ ਸਾਡੇ ਗੁਣਾਂ ਦੀ ਗਿਣਤੀ ਕਰੇ ਨਾ, ਮੈਂ ਪਾਠ ਕਿੰਨੇ ਕੀਤੇ,
ਮੈਂ ਸੇਵਾ ਕਿੰਨੀ, ਫਿਰ ਤੇ ਸਾਡੀ ਖੁਸ਼ੀ ਦਾ ਪਾਰਾਵਾਰ ਨੇ। ਪਰ ਇੱਥੇ ਉਹ ਨਹੀਂ, ਗਿਣਤੀ ਹੈ ਇੱਥੇ ਅਵਗੁਣਾਂ ਦੀ, ਗਿਣਤੀ ਹੈ ਪਾਪਾਂ ਦੀ, ਗਿਣਤੀ ਹੈ ਦੋਸ਼ਾਂ ਦੀ। ਇੱਥੋਂ ਡਰ ਲੱਗਦਾ ਵੀ ਜੇ ਬੰਦਾ ਨਹੀਂ ਛੱਡਦਾ ਪ੍ਰਮਾਤਮਾ, ਤੂੰ ਕੀ ਕਰੇਂਗਾ। ਉਹ ਬੜੀ ਬਖਸ਼ਿਸ਼ ਕਰਦਾ। ਕਹਿੰਦੇ ਨੇ ਸਾਡੀ ਜੀਵਾਂ ਦੀ ਗਿਣਤੀ ਨਹੀਂ ਕਰਦਾ ਕਿ ਇਸ ਨੇ ਕਿੰਨਾ ਕੁ ਝੂਠ ਬੋਲਿਆ। ਮੈਂ ਜ਼ੁਬਾਨ ਦਿੱਤੇ ਸੀ ਨਾਮ ਜਪਣ ਲਈ, ਇਹਨੇ ਕੀ ਕੀਤਾ। ਮੈਂ ਕੰਨ ਦਿੱਤੇ ਸਨ ਸੱਚ ਸੁਣਨ ਵਾਸਤੇ, ਇਸਨੇ ਕੀ ਕੀਤਾ। ਕਹਿੰਦੇ ਨੇ ਇੱਕ ਹੀ ਗੱਲ ਯਾਦ ਰੱਖਦਾ ਕਿ ਮੇਰੇ ਨੇ ਔਰ ਭੁੱਲਣਹਾਰ ਨੇ। ਕਿੰਨੀਆਂ ਵੀ ਭੁੱਲਾਂ ਕਰੇ ਉਹ ਤੈਨੂੰ ਬਖਸ਼ੇਗਾ, ਤੂੰ ਉਸ ਦੀ ਅੰਸ਼ ਹੈ। ਵਾਰ-ਵਾਰ ਬਖਸ਼ਦਾ। ਅਸੀਂ ਵਾਰ-ਵਾਰ ਭੁੱਲਦੇ ਹਾਂ। ਦਸ਼ਮੇਸ਼ ਪਿਤਾ ਦਾ ਬਚਨ ਯਾਦ ਆਇਆ, ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਵਾਜ਼ ਨਾ ਦੂਸਰ ਤੋਸੋ। ਤੁਹਾਡੇ ਵਰਗਾ ਗਰੀਬ ਨਵਾਜ਼ ਕੋਈ ਨਹੀਂ, ਮੇਰੇ ਵਰਗੇ ਤੀਲਿਆਂ ਨੂੰ ਪਹਾੜ ਬਣਾ ਦਿੰਦੇ ਹੋ। ਮੇਰ ਹੁੰਦਾ ਪਹਾੜ, ਤ੍ਰਿਣ ਤੀਲਾ। ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਵਾਜ਼ ਨਾ ਦੂਸਰ ਤੋਸੋ। ਭੂਲ ਸ਼ਮੋਹ ਮਰੀ ਪ੍ਰਭ ਆਪਣ ਭੂਲਨ ਹਾਰ, ਕਹਾਂ ਕੋ ਮੋਸੋ। ਯਾਦ ਆਉਂਦੀ ਅੰਮ੍ਰਿਤਸਰ ਦੀ ਗੱਲ। ਭਾਈ ਗੁਰਦਾਸ ਜੀ ਬੜੀ ਵਜ੍ਹਤ ਵਿੱਚ ਆਏ ਤੇ ਇੱਕ ਦਿਨ ਆ ਕੇ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕੁਰਬਾਨ ਜਾਵਾਂ, ਸਦਕੇ ਜਾਵਾਂ, ਆਖੇ ਜਾਂ। ਕਹਿਣ ਲੱਗੇ ਭਾਈ ਜੀ ਗੱਲ ਕੀ ਹੈ। ਕਹਿਣ ਲੱਗੇ ਪਾਰਾਵਾਰ ਤੁਹਾਡਾ ਵੀ ਨਹੀਂ ਤੇ ਪਾਰਾਵਾਰ ਸਾਡਾ ਵੀ ਨਹੀਂ, ਤੁਸੀਂ ਵੀ ਬਿਆਨ ਤੋਂ ਤੇ ਅਸੀਂ ਵੀ ਬਿਆਨ ਤੋਂ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਨੇ ਵੇਖਿਆ, ਭਾਈ ਜੀ ਕੀ ਹੋ ਗਿਆ ਤੁਹਾਨੂੰ। ਕਹਿਣ ਲੱਗੇ ਮੈਂ ਕਹਿ ਰਿਹਾ ਕਿ ਤੁਹਾਡੇ ਵਰਗਾ ਦਾਤਾ ਕੋਈ ਨਹੀਂ ਤੇ ਸਾਡੇ ਵਰਗਾ ਭਿਖਾਰੀ ਕੋਈ ਨਹੀਂ। ਤੁਹਾਡਾ ਵੀ ਪਾਰਾਵਾਰ, ਤੁਹਾਡੇ ਦੇਣ ਦਾ ਪਾਰਾਵਾਰ ਨਹੀਂ ਤੇ ਸਾਡਾ ਮੰਗਣ ਦਾ ਪਾਰਾਵਾਰ ਨਹੀਂ। ਅਸੀਂ ਮੰਗੀ ਜਾਂਦੇ ਹਾਂ, ਤੁਸੀਂ ਦੇਈ ਜਾਂਦੇ ਹੋ। ਤੋਸੋ ਨਾ ਨਾਥ ਆ ਨਾਥ ਨਾ ਮੋਸਾ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਤੋਸੋ ਨਾ ਦੀਨ ਦਇਆਲ ਨਾ ਦੋਸਰ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਵਰਗਾ ਵਿਕਾਰੀ ਕੋਈ ਨਹੀਂ। ਸਾਡੇ ਵਿਕਾਰਾਂ ਦਾ ਪਾਰਾਵਾਰ ਨਹੀਂ, ਤੁਹਾਡੇ ਪਰਉਪਕਾਰਾਂ ਦਾ ਪਾਰਾਵਾਰ ਨਹੀਂ। ਕਹਿੰਦੇ ਨੇ ਮੋਸੋ ਉਪਕਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ। ਤੁਹਾਡੇ ਵਰਗਾ ਕੋਈ ਪਰਉਪਕਾਰੀ ਨਹੀਂ। ਮੋਸੋ ਨ ਪਤਤ, ਮੇਰੇ ਵਰਗਾ ਪਤਤ ਕੋਈ ਨਹੀਂ। ਸਾਡੇ ਪਤਤ ਪਣੇ ਦਾ ਪਾਰਾਵਾਰ ਨਹੀਂ। ਮੋਸੋ ਨ ਪਤਤ ਨ ਪਾਵਨ ਤੋਸਰ, ਮੋਸੋ ਬਿਕਾਰੀ ਨ ਤੋਸੋ ਉਪਕਾਰੀ। ਮੇਰੇ ਹੈ ਅਵਗਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤੁਹਾਰੀ। ਅਸੀਂ ਤੇ ਨਰਕਾਂ ਦਾ ਰਾਹ ਸਿੱਧਾ ਚੁਣਿਆ ਸੀ, ਤੁਸੀਂ ਬਚਾ ਲਈਏ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ, ਗੁਰ ਕਾਢਿਓ ਭੁਜਾ ਪਸਾਰ। ਲੰਬੀ ਬਾਂਹ ਕਰਕੇ ਸਾਨੂੰ ਅੰਧੇ ਖੂਹ ਚੋਂ ਕੱਢ ਲਿਆ। ਗੁਰ ਕਾਢਿਓ ਭੁਜਾ ਪਸਾਰ, ਮੋਹ ਕੁਪਾਰੀਆ। ਕੂਪ ਹੁੰਦਾ ਖੂਹ, ਮੋਹ ਦੇ ਖੂਹ ਚੋਂ। ਮੈਂ ਜਿੱਤਾ ਜਨਮੇ ਅਪਾਰ ਬਹੁਰ ਨਾ ਹਾਰਿਆ। ਅਪਾਰ ਜਨਮ ਮੈਂ ਜਿੱਤ ਲਿਆ, ਹੁਣ ਮੈਂ ਨਹੀਂ ਹਾਰਦਾ। ਹਮਰੀ ਗਣਤ ਨਾ ਗਣੀਆਂ ਕਾਏ, ਆਪਣਾ ਬਿਰਦ ਪਛਾਣ ਕਿ ਮੈਂ ਬਖਸ਼ਿਸ਼ ਕਰਨੀ ਹੈ। ਮਾਂ ਦਾ ਸੁਭਾਅ ਆਪਣਾ, ਪੁੱਤਰ ਦਾ ਆਪਣਾ। ਪੁੱਤਰ ਤੇ ਭੁੱਲਾਂ ਕਰੇਗਾ। ਵਾਕਈ ਪੁੱਤਰ ਵਿੱਚ ਤੇ ਮਾਂ 'ਚ ਇੱਕ ਫਰਕ ਹੈ। ਮੈਨੂੰ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਯਾਦ ਆਇਆ, ਇੱਕ ਮਿੰਟ ਤੁਹਾਡਾ ਲਵਾਂ। ਮਾਂ ਦਾ ਤੇ ਪੁੱਤਰ ਦਾ ਕਿੰਨਾ ਫਰਕ ਹੈ। ਬਹੁਤ ਵੱਡਾ ਸਕਾਲਰ ਸੀ, ਇੱਕ ਟੇਬਲ ਤੇ ਕਿਤਾਬਾਂ ਪਈਆਂ, ਕੁਰਸੀ ਤੇ ਬੈਠਾ, ਪਤਨੀ ਕੋਲ ਆ ਬੈਠੀ ਤੇ ਛੋਟਾ ਜਿਹਾ ਬੱਚਾ ਨਾਲ ਖਲੋਤਾ। ਬਨੇਰੇ ਤੇ ਕਾਂ ਆ ਕੇ ਬੈਠ ਗਿਆ ਤੇ ਉਹ ਬੱਚਾ 4 ਸਾਲ ਦਾ ਕਹਿਣ ਲੱਗਾ, ਮਾਂ ਕਾਂ। ਉਹ ਹੱਸ ਕੇ ਕਹਿੰਦੀ ਕਾਂ। ਉਹ ਆਖੇ ਕਾਂ, ਵਾਰ-ਵਾਰ ਆਖੇ ਜਾਏ। ਕਹਿਣ ਲੱਗੀ ਪਤੀ ਨੂੰ ਲੀਕਾਂ ਮਾਰੀ ਜਾਓ, ਕਿੰਨੀ ਕੁ ਵਾਰੀ ਕਹਿੰਦਾ। ਉਹਨੇ 100 ਵਾਰੀ ਆਖਿਆ ਕਾਂ। ਮਾਂ ਆਖੇ ਹਾਂ ਪੁੱਤਰ ਕਾਂ। ਹੁਣ ਪੁੱਤਰ ਹੋ ਗਿਆ 18 ਸਾਲ ਦਾ। ਉੱਥੇ ਬੈਠੇ ਸਨ ਤੇ ਕਾਂ ਫੇਰ ਸੁਭਾਗ ਨਾਲ ਆ ਬੈਠਾ। ਮਾਂ ਨੂੰ ਯਾਦ ਆ ਗਿਆ, 4 ਸਾਲ ਦਾ ਸੀ ਤੇ ਇਹ ਕਾਂ ਕਹਿੰਦਾ ਸੀ ਅੱਜ ਮੈਂ ਵੀ ਵੇਖਾਂ। ਕਹਿਣ ਲੱਗੇ ਬੇਟਾ ਕਾਂ। ਕਹਿਣ ਲੱਗਾ ਹਾਂ ਮਾਂ ਕਾਂ। ਦੂਜੀ ਵਾਰੀ ਆਖਿਆ ਕਾਂ। ਕਹਿਣ ਲੱਗਾ ਕਾਂ। ਜਦੋਂ ਤੀਜੀ ਵਾਰੀ ਕਿਹਾ ਨਾ, ਕਹਿਣ ਲੱਗਾ ਕਾਂ ਖਾਦੇ ਨੇ, ਕਾਂ ਕਾਂ ਕਰੀ ਜਾਨੀ ਹੈ।
ਬਾਪ ਹੱਸ ਪਿਆ, ਕਹਿਣ ਲੱਗਾ ਉਹ ਭੋਲਿਆ, ਤੇਰੇ ਪਿੱਛੇ ਤੇ ਇਸਨੇ 100 ਵਾਰੀ ਆਖਿਆ ਤੇ ਨਾ ਅੱਕੇ ਤੇ ਨਾ ਥੱਕੇ। ਪੁੱਤਰ ਥੱਕ ਜਾਂਦੇ ਨੇ, ਅੱਕ ਜਾਂ ਮਾਂ ਕਿੱਥੇ ਥੱਕਦੀ ਹੈ? ਪਰਮਾਤਮਾ ਥੱਕਦਾ, ਸਾਨੂੰ ਬਖਸ਼ਿਸ਼ ਕਰਦਾ। ਕਹਿੰਦੇ ਨੇ ਹਮਰੀ ਗਣਤ ਨਾ ਗਣੀਆਂ ਕਾਈ, ਅਸੀਂ ਗਿਣਨੇ ਆ ਕਿ ਕਿੰਨੇ ਪੈਸੇ ਲਾਏ ਤੇਰੇ ਨਾਂ ਤੇ, ਕਿੰਨੀ ਸੇਵਾ ਕੀਤੀ, ਉਹ ਨਹੀਂ ਗਿਣਦਾ ਮੈਂ ਤੇਰੇ ਕਿੰਨੇ ਪਾਪ ਮੁਆਫ ਕੀਤੇ। ਅਸੀਂ ਗਿਣ ਲੈਨੇ ਆ ਕਿੰਨੇ ਪਾਠ ਕੀਤੇ, ਉਹ ਨਹੀਂ ਗਿਣਦਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਆਪਣਾ ਬਿਰਦ ਪਛਾਣਦਾ, ਚੇਤੇ ਰੱਖਦਾ ਕਿ ਮੇਰਾ ਫਰਜ਼ ਕੀ ਹੈ। ਇਹ ਜੀਵ ਨੇ, ਮੈਂ ਪ੍ਰਮਾਤਮਾ, ਬੜਾ ਫਰਕ ਹੈ। ਉਸ ਦਾ ਸੁਭਾਅ, ਉਸ ਦੀ ਬਖਸ਼ਿਸ਼, ਉਸ ਦੀਆਂ ਦਾਤਾਂ, ਉਹ ਆਪਣਾ ਬਿਰਦ ਪਛਾਣਦਾ ਹੈ। ਹਾਂਜੀ, ਹਾਥ ਦੇ ਰਾਖੇ ਕਰ ਆਪਣੇ। ਹੱਥ ਦੇਣ ਦਾ ਅਰਥ ਕੀ ਹੈ? ਸਹਾਰਾ ਦੇਣਾ। ਇਹ ਜਿਹੜਾ ਕਹਿੰਦੇ ਆ ਜੀ, ਇਸ ਦਾ ਸਿਰ ਤੇ ਹੱਥ ਹੈ, ਕੋਈ ਹਰ ਵੇਲੇ ਹੀ ਬੰਦੇ ਦੇ ਸਿਰ ਤੇ ਹੱਥ ਰੱਖ ਕੇ ਨਹੀਂ ਤੁਰਿਆ ਫਿਰਦਾ। ਹੱਥ ਰੱਖਣ ਦਾ ਅਰਥ ਹੁੰਦਾ ਮਗਰ ਸਹਾਰਾ, ਵੇਲੇ ਸਿਰ ਬੌੜਨਾ, ਉਹਨੂੰ ਬਚਾਉਣਾ, ਇਹਨੂੰ ਕਹਿੰਦੇ ਨੇ ਹੱਥ ਦੇਣਾ। ਜਿਸ ਦੇ ਸਿਰ ਤੇ ਹੱਥ ਰੱਖ ਕੇ, ਭਾਵ ਉਹਨੂੰ ਆਸਰਾ ਦੇ ਕੇ, ਸਹਾਰਾ ਦੇ ਕੇ, ਆਪਣੇ ਕਰਕੇ ਰੱਖ ਲਵੇ, ਉਹ ਕੀ ਮਿਲਦਾ ਉਹਨਾਂ ਨੂੰ? ਸਦਾ ਸਦਾ ਰੰਗ ਮਾਨ। ਉਹ ਰੱਬ ਦੇ ਪਿਆਰੇ, ਜਿਹੜੇ ਰੱਬ ਦੇ ਆਸਰੇ ਨੇ, ਉਹ ਕਦੀ ਦੁਖੀ ਨਹੀਂ ਹੁੰਦੇ, ਸਦਾ ਵਾਸਤੇ ਹੀ ਆਨੰਦ ਮਾਣਦੇ, ਸਦਾ ਵਾਸਤੇ ਹੀ ਆਨੰਦਿਤ ਰਹਿੰਦੇ ਨੇ, ਹਰ ਵੇਲੇ ਹੀ ਆਨੰਦਿਤ ਰਹਿੰਦੇ ਨੇ। ਇੱਕ ਆਲਮ ਨੇ ਬੜਾ ਸੁੰਦਰ ਕਿਹਾ ਸੀ, ਕਹਿੰਦਾ ਪ੍ਰਮਾਤਮਾ ਮੈਂ ਤੇਰੇ ਕੋਲੋਂ ਇਹ ਮੰਗਣਾ, ਹੋਰ ਕੁਛ ਦੇ ਨਾ ਦੇ, ਮੈਨੂੰ ਦਿਲ ਐਸਾ ਦੇ ਕਿ ਮੈਂ ਹਰ ਵੇਲੇ ਖੁਸ਼ ਰਹਾ, ਕੁਛ ਵੀ ਭਾਵੇਂ ਹੋ ਜਾਏ, ਦਿਲ ਦੇ। तो इस मजाज का परवरदिगार दे, जो रंज की घड़ियां भी खुशी में गुजार दे। अब तो घबरा के कहते हैं कि मर जाएंगे, मर कर भी न चैन पाया तो किधर जाएंगे। मुश्किल जो आन पड़ी है, घबराने से क्या होगा, जीने की कोई तरकीब करो, मर जाने से क्या होगा। तन ने ओ नानक भगतां सदा विगास, सुनिया दुख पाप का नाश। वो सदा ਲਈ आनंद माणਦੇ ਨੇ, हर वेले आनंदित, हर वेले खिड़ाओ, हर वेले चाह, हर वेले विगास, क्योंकि सिर ते हੱਥ परमात्मा ਦਾ, सहारा उसदा, ਨਿਰੰਕਾਰ ਦੇ ਸਹਾਰੇ ਨਾਲ ਉਹ ਸਦਾ ਹੀ ਆਨੰਦ ਵਿੱਚ, ਖੁਸ਼ੀ ਵਿੱਚ, ਉਹ ਸੁਖ ਆਨੰਦ ਵਿੱਚ ਰਹਿੰਦੇ ਹਨ। ਹਾਂਜੀ, ਸਦਾ ਸਦਾ ਰੰਗ ਮਾਣ। ਰੰਗ ਦਾ ਅਰਥ ਹੁੰਦਾ ਪਿਆਰ, ਉਸ ਦਾ ਪਿਆਰ ਸਦਾ ਵਾਸਤੇ ਹੀ ਮੰਨਦੇ ਹਨ। ਸਾਚਾ ਸਾਹਿਬ ਸਦ ਮਿਹਰਬਾਨ। ਤੇ ਉਹ ਸੱਚਾ ਸਾਹਿਬ ਸਦਾ ਹੀ ਮਿਹਰਬਾਨ, ਦੇ ਘਰੋਂ ਮਿਹਰਬਾਨੀਆਂ ਮੁੱਕਦੀਆਂ ਨੇ। ਕਿ ਕੱਲ ਆਇਆ ਸਾਂ ਅੱਜ ਫੇਰ ਆ ਗਏ, ਕੱਲ ਲੈ ਕੇ ਗਿਆ ਸਾਂ ਅੱਜ ਫੇਰ ਪਹੁੰਚ, ਨਹੀਂ ਐਸਾ ਨਹੀਂ ਕਹਿੰਦਾ। ਉਹ ਕਹਿੰਦੇ ਨੇ ਲਈ ਜਾਓ। ਵੈਸੇ ਨਾ ਖੂਹ ਕਦੀ ਨਹੀਂ ਕਹਿੰਦਾ ਕਿ ਤੂੰ ਕੱਲ ਵੀ ਬਾਲਟੀ ਭਰ ਕੇ ਲੈ ਗਿਆ ਸਾਂ ਅੱਜ ਫੇਰ ਆ ਗਏ। ਉਹ ਕਹਿੰਦੇ ਨੇ ਕੱਢੀ ਜਾ, ਸਮੁੰਦਰ ਹੈ ਪਿੱਛੇ, ਮੁੱਕਣਾ ਨਹੀਂ, ਜਿੰਨਾ ਚਾਹੀਦਾ ਲੈ ਜਾ। ਖੂਹ ਤੇ ਆਵਾਜ਼ਾਂ ਮਾਰਦਾ, ਗੁਰੂ ਆਵਾਜ਼ਾਂ ਮਾਰਦਾ, ਕਹਿੰਦੇ ਨੇ ਰੱਬ ਦੀਆਂ ਦਾਤਾਂ ਨੇ, ਜੋ ਚਾਹੀਦਾ ਲੈ ਜਾ, ਇੱਥੇ ਮੁੱਕਣ ਵਾਲੀ ਗੱਲ ਨਹੀਂ। ਸਾਚਾ ਸਾਹਿਬ ਸਦ ਮਿਹਰਬਾਨ, ਸਦਾ ਵਾਸਤੇ ਮਿਹਰਬਾਨ ਹੈ। ਹਾਂਜੀ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਬੰਦਾ ਰੋਕ ਪਾ ਦਿੱਤੇ ਵਕਾਰਾਂ ਦੇ ਹੜ ਨੂੰ। ਇਸ ਵੱਲ ਕੋਈ ਪਾਪ ਨਾ ਆ ਜਾਏ, ਇਸ ਵੱਲ ਕੋਈ ਵਕਾਰ ਨਾ ਆ ਜਾਏ, ਕੋਈ ਦੋਸ਼ ਨਾ ਆ ਜਾਏ, ਕੱਲ ਨੂੰ ਲੇਖਾ ਦੇਣਾ ਪਵੇ, ਕੋਈ ਦੁੱਖ ਨਾ ਆ ਜਾਏ। ਸਰਬ ਕਲਿਆਣ, ਕਲਿਆਣ ਦਾ ਅਰਥ ਹੁੰਦਾ ਹੈ ਸੁਖ ਸ਼ਾਂਤੀ। ਉਸ ਵਾਸਤੇ ਸਦਾ ਵਾਸਤੇ ਸਾਰੀ ਸੁਖ ਸ਼ਾਂਤੀ ਹੋ ਗਈ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਉਹਦੀਆਂ ਮਿਹਰਾਂ ਵੇਖੋ, ਕਹਿੰਦਾ ਇੱਕ ਇੱਕ ਦਾਤ ਕਰਕੇ ਕਹਿੰਦੇ ਆ ਜੀ ਇਹ ਨਹੀਂ ਮਿਲੀ, ਇਹ ਨਹੀਂ ਮਿਲੀ। ਉਹ ਬੰਦੇ ਕੱਪੜਿਆਂ ਦੀ ਗੱਲ ਕਰਨੇ, ਜੇ ਪਾਉਣ ਵਾਲਾ ਸਰੀਰ ਹੀ ਨਾ ਹੁੰਦਾ ਤੂੰ ਕੀ ਕਰਦਾ। ਗੱਲ ਕਰਨੇ ਜੋੜਾ ਚੰਗਾ ਨਹੀਂ, ਪੈਰ ਹੀ ਨਾ ਹੁੰਦੇ ਤੂੰ ਕੀ ਕਰਦਾ। ਇਹ ਸਰੀਰ ਵੀ ਤੇ ਤੈਨੂੰ ਦਿੱਤਾ, ਉਹਨੇ ਕੀ ਕੀਤਾ ਹੈ, ਜੀਓ ਪਾਏ
ਪਿੰਡ ਜਿਨ ਸਾਜਿਆ, ਪਿੰਡ ਸਾਜਿਆ ਤੇ ਜਾਨ ਵਿੱਚ ਪਾ ਦਿੱਤੀ। ਸਰੀਰ ਬਣਾਇਆ ਮਾਤਾ ਦੇ ਗਰਭ ਵਿੱਚ ਜਿੰਦ ਪਾ ਦਿੱਤੀ। ਜਿਉ ਪਾਏ ਪਿੰਡ ਜਿਨ ਸਾਜਿਆ, ਤੇ ਫਿਰ ਤਨ ਨੂੰ ਖਾਣ ਵਾਸਤੇ ਚਾਹੀਦਾ ਸੀ ਤੇ ਕੱਜਣ ਵਾਸਤੇ ਕੁਛ ਚਾਹੀਦਾ ਸੀ। ਦਿੱਤਾ ਪੈਨਨ ਖਾਨ, ਤੂੰ ਬਾਅਦ ਵਿੱਚ ਆਇਆ, ਰਿਜ਼ਕ ਤੇਰਾ ਪਹਿਲੇ ਪਹੁੰਚਾ ਦਿੱਤਾ। ਇੱਕ ਬੜੀ ਸੁੰਦਰ ਕਥਾ ਧਿਆਨ ਚ ਆਈ ਕਿ ਪ੍ਰਮਾਤਮਾ ਨੂੰ ਇੱਕ ਉਹਦਾ ਨਜ਼ਦੀਕੀ ਪੁੱਛਦਾ ਹੈ, ਕਹਿੰਦਾ ਹੈ ਇਹ ਜੀਵ, ਇਹ ਜਿਹਨੂੰ ਭੇਜ ਰਹੇ ਹੋ ਸੰਸਾਰ ਤੇ, ਇਹ ਤੇ ਉੱਠਣ ਜੋਗਾ ਵੀ ਨਹੀਂ। ਇਹ ਤੇ ਪਾਸਾ, ਵਾਕਈ ਜੰਮਦਾ ਬੱਚਾ ਜਿਹੜਾ ਉਹ ਕੀ ਕਰ ਸਕਦਾ ਹੈ? ਪਾਸਾ ਪਰਤ ਸਕਦਾ ਤੇ ਮਾਂ ਪਰਤਾਉਂਦੀ ਹੈ। ਇਹ ਕੀ ਕਰੇਗਾ, ਕਿਵੇਂ ਬਚੇਗਾ? ਤੇ ਹੱਸ ਪਿਆ ਪ੍ਰਮਾਤਮਾ, ਕਹਿਣ ਲੱਗਾ ਮੈਂ 2 ਫਰਿਸ਼ਤੇ ਪਹਿਲੇ ਭੇਜ ਦਿੱਤੇ ਨੇ ਇਸ ਦੀ ਸੇਵਾ ਵਾਸਤੇ। ਕਹਿਣ ਲੱਗੇ ਕਿਹੜੇ ਕਿਹੜੇ? ਕਹਿਣ ਲੱਗੇ ਇੱਕ ਮਾਂ ਇੱਕ ਬਾਪ, ਦੋਵੇਂ ਸੇਵਾ ਕਰਨਗੇ। ਆਪ ਭੁੱਖੇ ਰਹਿਣਗੇ, ਇਹਨੂੰ ਖਵਾਉਣਗੇ। ਆਪ ਗਿੱਲੇ ਥਾਂ ਤੇ ਸੌਂ ਲੈਣਗੇ, ਇਹਨੂੰ ਸੁੱਕੇ ਥਾਂ ਸੌਣਗੇ। ਇਹਦੀ ਹਰ ਤਰ੍ਹਾਂ ਉਹ ਪਾਲਣਾ ਕਰਨਗੇ। ਕਹਿੰਦੇ ਨੇ ਰੇ ਚਿੱਤ ਚੇਤ ਸਕੀਨਾ ਦਇਆਲ ਦਮੋਦਰ ਭਗਤ ਧੰਨਾ ਜੀ। ਰੇ ਚਿੱਤ ਚੇਤ ਸਕੀਨਾ ਦਇਆਲ ਦਮੋਦਰ ਬਿਬੇ ਨਾ ਜਾਣ ਸਕੋਈ। ਤੇਰੀ ਇਹ ਵੇਦਨਾ ਰੱਬ ਤੋਂ ਬਿਨਾ ਕੋਈ ਨਹੀਂ ਜਾਣਦਾ। ਜੇ ਧਾਮੇ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ। ਵੇਖ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, 10 ਦੁਆਰਿਆਂ ਵਾਲਾ ਤੇਰਾ ਸਰੀਰ ਮਾਂ ਦੇ ਗਰਭ ਵਿੱਚ ਬਣਾਇਆ। ਦੇ ਆਹਾਰ ਅਗਨ ਮੈਂ ਰੱਖੇ ਐਸਾ ਖਸਮ ਹਮਾਰਾ, ਉਹ ਅੱਗ ਵਿੱਚ ਵੀ ਤੈਨੂੰ ਬਚਾਇਆ, ਆਹਾਰ ਤੈਨੂੰ ਦਿੰਦਾ ਰਿਹਾ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪੈਨਨ ਖਾਨ। ਇੱਕ ਮਨੁੱਖ ਹੀ ਐਸਾ, ਵੈਸੇ ਧਿਆਨ ਨਾਲ ਵੇਖਿਓ ਜਿਹੜੀ ਇਹ ਗੱਲ ਮੈਂ ਕਰ ਰਿਹਾ ਸੱਚ ਹੈ ਕਿ ਨਹੀਂ। ਖਾਂਦੇ ਤੇ ਸਭ ਨੇ, 84 ਲੱਖ ਜੂਨ ਸਭ ਖਾਂਦੀ ਹੈ। ਮੇਰੇ ਖਿਆਲ ਹੈ ਕਿਚਨ ਰਸੋਈ ਕੇਵਲ ਬੰਦੇ ਹੀ ਬਣਾਈ, ਕਿਸੇ ਹੋਰ ਨੇ ਨਹੀਂ। ਪਸ਼ੂਆਂ ਦੀ ਰਸੋਈ ਕਦੀ ਵੇਖੀ ਹੈ? ਨਾ ਉਹਨਾਂ ਨੂੰ ਰਿੰਨਣਾ ਹੁੰਦਾ, ਨਾ ਪਕਾਉਣਾ ਹੁੰਦਾ। ਉਹ ਤੇ ਵਿਚਾਰੇ ਮੂੰਹ ਮਾਰਦੇ ਨੇ ਪੱਠਿਆਂ ਨੂੰ। ਤੈਨੂੰ ਉਸਨੇ ਕੱਪੜਾ ਦਿੱਤਾ, ਇਹ ਉਹਨੇ ਜਿਹੜਾ ਤੈਨੂੰ ਬਣਾਉਣ ਦੀ ਯੁਕਤੀ ਤੈਨੂੰ ਦੱਸ ਦਿੱਤੀ। ਬੰਦੇ ਤੋਂ ਬਿਨਾਂ ਕੋਈ ਕੱਪੜੇ ਪਾਉਂਦਾ? ਬੜੀ ਵੱਡੀ ਉਸ ਦੀ ਤਾਕਤ ਹੈ। ਤੈਨੂੰ ਬਸਤਰ ਪਾਉਣ ਦੀ ਸੀਨ ਦੀ ਯੁਕਤੀ ਦੇ ਦਿੱਤੀ। ਦਿੱਤਾ ਪੈਨਨ ਖਾਨ, ਤੂੰ ਇਹ ਕਿਸੇ ਪਸ਼ੂ ਦਾ ਵੀ ਪਰਦਾ ਕੱਜ ਦੇਵੇਂ। ਲੋਕਾਂ ਨੇ, ਮੈਂ ਵੇਖਿਆ ਬਾਂਦਰ ਨੂੰ ਸਵੈਟਰ ਪਾਇਆ ਇੱਕ ਨੇ, ਕਮਾਲ ਹੈ। ਵੇਖੋ ਇਹ ਬੰਦੇ ਦੀ ਕਲਾ ਹੀ ਹੈ, ਪਸ਼ੂਆਂ ਨੂੰ ਵੀ ਇਹ ਕੱਪੜੇ ਪਵਾ ਦੇਵੇ। ਇਹ ਦਿੱਤੇ ਕਿਸ ਨੇ? ਪਹਿਨਣ ਦਾ ਵੱਲ ਕਿਸ ਨੇ ਸਿਖਾਇਆ? ਯੁਕਤੀ ਕਿਸ ਨੇ ਦਿੱਤੀ? ਪ੍ਰਮਾਤਮਾ ਨੇ ਦਿੱਤਾ ਪੈਨਨ ਖਾਨ। ਹਾਂਜੀ, ਆਪਣੇ ਦਾਸ ਕੀ ਆਪ ਪੈਜ ਰਾਖੀ। ਆਪਣੇ ਸੇਵਕ ਦੀ ਇੱਜ਼ਤ ਵੀ ਉਸਨੇ ਆਪ ਰੱਖੀ। ਬੜੀ ਵੱਡੀ ਇੱਜ਼ਤ ਹੈ। ਜੇ ਕਿਤੇ ਗੁਰੂ ਦੇ ਬੰਧ ਦੇ ਵਿੱਚ ਰਹੇ, ਗੁਰੂ ਦੇ ਮੰਨ ਕੇ ਚੱਲੇ, ਇੱਥੇ ਤੱਕ ਹੈ। ਇੱਕ ਬਚਨ ਹੀ ਕਹਿਦੇ ਆ, ਬਹੁਤਿਆਂ ਨਾਲੋਂ ਪ੍ਰਮਾਣ ਤੇ ਸੈਂਕੜੇ ਹੋ ਸਕਦੇ ਨੇ। ਕਹਿੰਦੇ ਨੇ ਮਨੁੱਖਾ ਦੇਹੀ ਨੂੰ ਦੇਵਤੇ ਵੀ ਤਰਸਦੇ ਨੇ। ਇਸ ਦੇਹੀ ਕਹੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੇ ਸੇਵ। ਦੇਵਤੇ ਵੀ ਤਰਸਦੇ ਨੇ। ਅਸੀਂ ਵੀ ਸੰਗਤ ਵਿੱਚ ਜਾਈਏ, ਕਿਤੇ ਅਸੀਂ ਵੀ ਅੰਮ੍ਰਿਤਸਰ ਪਹੁੰਚੀਏ, ਰੱਬ ਸਾਨੂੰ ਵੀ ਸਰੀਰ ਦੇਵੇ। ਇਹ ਇੱਜ਼ਤ ਤੈਨੂੰ ਕਿਸ ਨੇ ਦਿੱਤੀ? ਸਿੱਖ ਦੀ ਇੱਜ਼ਤ। ਸਿੱਖ ਦੀ ਇੱਜ਼ਤ ਤੇ ਇੰਨੀ ਹੈ ਕਿ ਸਿੱਖ ਤ੍ਰਿਪਤ ਤੋਂ ਮੈਂ ਤ੍ਰਿਪਤ ਆਇਆ। ਮਾਤਾ ਪ੍ਰੀਤ ਕਰੇ ਪੁੱਤ ਪਖਾਏ, ਮੀਨੇ ਪ੍ਰੀਤ ਭਈ ਜਲ ਨਾਏ। ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਗੁਰੂ ਨੂੰ ਇੱਕ ਹੀ ਪਿਆਰ ਹੈ ਕਿ ਸਿੱਖ ਦੇ ਮੂੰਹ ਵਿੱਚ ਕੁਝ ਪੈ ਜਾਏ, ਸਿੱਖ ਭੁੱਖਾ ਨਾ ਰਹੇ। ਸਿੱਖਾਂ ਦੀ ਇੰਨੀ ਇੱਜ਼ਤ ਕੀਤੀ ਕਿ ਗੁਰਸਿੱਖਾਂ ਕੀ ਅਰ ਧੂੜ ਦੇ, ਅੰਬ ਪਾਪੀ ਵੀ ਗਤ ਪਾਏ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਆਓ ਲੜੀਵਾਰ ਇੱਕ ਸ਼ਬਦ ਦੀ ਵਿਚਾਰ, ਉਹ ਵੀ ਸਰਵਨ ਕਰੋ ਜੀ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਐਸੀ ਦੀਖਿਆ ਜਨ ਸਿਉ ਮੰਗਾ। ਦੀਖਿਆ ਸ਼ਬਦ ਬਹੁ ਅਰਥਕ ਹੈ। ਦੀਖਿਆ ਦਾ ਅਰਥ ਉਪਦੇਸ਼ ਵੀ ਹੈ, ਪਰ ਦੇਖਿਆ ਇੱਕ ਖਾਸ ਮਰਿਆਦਾ ਹੈ। ਜਦੋਂ ਗੁਰੂ ਸਿੱਖ ਨੂੰ ਮੰਤਰ ਦਿੰਦਾ,
ਉਹਨੂੰ ਕਹਿੰਦੇ ਨੇ ਦੀਕਸ਼ਿਤ ਹੋਇਆ, ਸਿੱਖ ਬਣਿਆ ਕਿ ਨਹੀਂ। ਅੱਜ ਤੇ ਇੱਕ ਦੁਖਾਂਤ ਹੈ, ਮੈਂ ਹੈਰਾਨ ਹਾਂ ਕਿ ਜਿਹੜਾ ਮਰਜ਼ੀ ਪੈਂਦਾ ਭਾਵੇਂ ਹੈ, ਤੁਸੀਂ ਮੀਡੀਆ ਨੂੰ ਵੇਖੋ ਜਾਂ ਸਟੇਜਾਂ ਤੇ, ਮੈਂ ਜੀ ਸਿਮਰਨ ਦੀ ਜੁਗਤੀ ਦੱਸਾਂ, ਮੈਂ ਸਿਮਰਨ ਕਰਨਾ ਦੱਸਾਂਗਾ ਵੀ ਸਾਰੇ ਨਗੋਰੇ ਬੈਠੇ ਨੇ, ਇਹਨਾਂ ਨੂੰ ਸਿਮਰਨ ਕਰਨਾ ਨਹੀਂ ਆਉਂਦਾ। ਸਿਮਰਨ ਦੀ ਜੁਗਤੀ, ਸਿਮਰਨ ਨਾਮ ਦਾ ਦਾਤਾ ਕੇਵਲ ਤੇ ਕੇਵਲ ਸਤਿਗੁਰੂ ਹੈ, ਹੋਰ ਕੋਈ ਨਹੀਂ। ਨਾਮ ਦਾ ਦਾਤਾ ਹੈ ਸਤਿਗੁਰੂ, ਗੁਰੂ ਨਾਮ ਦੀ ਦਾਤ ਦਿੰਦੇ ਰਹੇ। ਹੁਣ ਪੰਜਾਂ ਦੇ ਸਿੰਘਾਂ ਦੀ ਡਿਊਟੀ ਲਾ ਦਿੱਤੇ, ਨਾਮ ਦੀ ਦਾਤ ਤੁਸੀਂ ਦੇਣੀ ਹੈ। ਅੰਮ੍ਰਿਤ ਪਾਨ ਕਰਵਾਇਆ, ਵੈਸੇ ਯਾਦ ਰੱਖਣਾ, ਮੈਂ ਵੀ ਆਖੀ ਜਾਵਾਂਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੁਸੀਂ ਵੀ ਆਖੀ, ਪਰ ਜਿਹੜਾ ਪੰਜ ਪਿਆਰਿਆਂ ਦਾ ਕਹਿਣਾ ਹੈ ਨਾ, ਉਹ ਦੀਕਸ਼ਿਤ ਕਰਨਾ। ਇੱਥੇ ਅਸੀਂ ਜਪਾਈ ਜਾਈਏ, ਲੇਕਿਨ ਦੀਕਸ਼ਿਤ ਕਰਨਾ। ਉਹਨਾਂ ਨੇ ਜਿਹੜਾ ਆਖਿਆ ਨਾ ਕਿ ਆ ਮੂਲ ਮੰਤਰ ਪੜੋ, ਇੱਕ ਨਹੀਂ ਪੜਦਾ, ਇਹ ਨਹੀਂ ਕਿ ਇੱਕ ਸੰਗ ਪੜਦਾ ਹੋਵੇ, ਨਹੀਂ, ਪੰਜ ਰਲ ਕੇ ਪੜਦੇ ਨੇ। ਉਹਦੀ ਮਹਿਮਾ ਜਿਹੜੀ ਹੈ ਉਹ ਵੱਖਰੀ ਹੈ, ਉਸ ਵੇਲੇ ਗੁਰੂ ਦੀ ਕਲਾ ਵਰਤ ਰਹੀ ਹੁੰਦੀ ਹੈ। ਉਹਨਾਂ ਨੇ ਦੱਸਿਆ ਸੀ ਕਿ ਸਿਮਰਨ ਇੰਜ ਕਰਨਾ, ਉਹਨਾਂ ਦੱਸਿਆ ਸੀ ਭਾਈ ਅੰਮ੍ਰਿਤ ਪਾਨ ਕਰੋ, ਇਹ ਰਹਿਤਾਨ ਏਕ ਰਹਿਤਾਨ। ਸਾਨੂੰ ਇੰਨਾ ਹੀ ਕਹਿਣਾ ਚਾਹੀਦਾ ਸਟੇਜਾਂ ਤੋਂ ਜਾਂ ਇੰਜ, ਭਾਈ ਗੁਰੂ ਵਾਲੇ ਹੋ, ਅੰਮ੍ਰਿਤ ਪਾਨ ਨਹੀਂ ਕੀਤਾ ਤੇ ਕਰੋ, ਤੇ ਪੰਜਾਂ ਪਿਆਰਿਆਂ ਜੋ ਤੁਹਾਨੂੰ ਉਸ ਵੇਲੇ ਦੱਸਿਆ, ਆਓ ਰਲ ਕੇ ਦੁਹਰਾਈਏ। ਜੋ ਤੁਹਾਨੂੰ ਉਹਨਾਂ ਨੇ ਮੂਲ ਮੰਤਰ ਉਸ ਵੇਲੇ ਜਪਾਇਆ, ਉਹ ਹੁਣ ਜਪੀਏ। ਇਹ ਨਹੀਂ ਕਿ ਮੈਂ ਦੱਸਣਾ ਜੀ, ਮੈਂ ਤੇ ਹੈਰਾਨ ਹੋ ਜਾਣਾ, ਮੈਂ ਸਿਮਰਨ ਦੀ ਜੁਗਤੀ ਮੈਂ ਦੱਸਣਾ। ਭਲੇ ਲੋਕਾ, ਸਿਮਰਨ ਦੀ ਜੁਗਤੀ ਗੁਰੂ ਦੱਸਦਾ। ਸਿਮਰਨ ਦੀ ਜੁਗਤੀ ਪੰਜ ਜੋ ਗੁਰੂ ਨੇ ਥਾਪੇ, ਇਨ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੇ ਧਰੇ ਜੋ ਆਸਾ। ਇੱਥੇ ਦੀਖਿਆ ਦਾ ਜਿਹੜਾ ਅਰਥ ਹੈ ਉਹ ਕੀ ਹੈ? ਉਪਦੇਸ਼। ਐਸੀ ਦੀਖਿਆ ਜਨ ਸਿਉ ਮੰਗਾ, ਰੱਬ ਦੇ ਪਿਆਰਿਆਂ ਕੋਲੋਂ ਮੈਂ ਇਹ ਉਪਦੇਸ਼ ਮੰਗਦਾ ਹਾਂ, ਇਹ ਦੀਖਿਆ ਸਿੱਖਿਆ, ਇਹ ਸਿੱਖਿਆ ਮੰਗਦਾ ਹਾਂ। ਹਾਂਜੀ, ਤੁਮਰੋ ਧਿਆਨ ਤੁਮਾਰੋ ਰੰਗਾ, ਆਏ ਮਿਲ ਗੁਰ ਸਿੱਖੇ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਆਵੋ ਬਹਿਣੇ ਗਲ ਮਿਲੇ, ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ, ਸਮਰਤ ਕੰਥ ਕੀਆਂ, ਕਿ ਮੈਨੂੰ ਪ੍ਰਮਾਤਮਾ ਤੇਰਾ ਹੀ ਧਿਆਨ ਰਵੇ, ਤੇਰਾ ਹੀ ਪਿਆਰ ਬਣਿਆ ਰਹੇ। ਇਹ ਮੈਂ ਸਿੱਖਿਆ ਮੰਗਦਾ ਰੱਬ ਦੇ ਪਿਆਰਿਆਂ ਕੋਲੋਂ। ਮੈਨੂੰ ਇਹ ਸਿੱਖਿਆ ਦਿਓ, ਰੱਬ ਨਾਲ ਪਿਆਰ ਬਣੇ, ਰੱਬ ਨਾਲ ਧਿਆਨ ਮੇਰਾ ਜੁੜਿਆ ਰਹੇ। ਹਾਂਜੀ, ਤੁਮਰੀ ਸੇਵਾ ਤੁਮਾਰੇ ਅੰਗਾ, ਤੁਹਾਡੀ ਸੇਵਾ ਕਰਾਂ। ਅੰਗ ਕੀ ਹੁੰਦਾ ਹੈ? ਅੰਗ ਸੰਗ ਹੋਣਾ, ਨਾਲ ਰਹਿਣਾ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲ ਲੈ ਮੈਂ ਨਾਲ ਸਦਾ ਰਹਾ, ਇਹ ਮੈਨੂੰ ਸਿੱਖਿਆ ਮਿਲੇ। ਹਾਂਜੀ, ਰਹਾਉ ਹਾਂਜੀ, ਜਨ ਕੀ ਟਹਿਲ ਸੰਭਾਖਣ ਜਨ ਸਿਉ। ਇਹ ਬਚਨ ਬੜਾ ਸਮਝਣ ਵਾਲਾ। ਰੱਬ ਦੇ ਸੇਵਕਾਂ ਦੀ ਮੈਂ ਟਹਿਲ ਕਰਾਂ, ਸੰਭਾਖਣ। ਸੰਭਾਖਣ ਹੁੰਦਾ ਬਚਨ ਬਲਾਸ। ਇੱਕ ਤੇ ਬਚਨ ਬਲਾਸ ਨੇ, ਕਰਦਿਆਂ ਬਹਿਸ ਪੈਂਦੇ ਆ, ਬਹਿਸ ਕਰਦਿਆਂ ਲੜਾਈ ਝਗੜਾ ਵੀ ਹੋ ਜਾਂਦਾ। ਸੰਭਾਖਣ ਸੋਹਣੇ ਬਚਨ, ਗੁਰਮਤਿ ਦੇ ਬਚਨ, ਪਿਆਰ ਨਾਲ ਬਚਨ, ਸੰਭਾਖਣ, ਸੋਹਣਾ ਸੰਵਾਦ ਜਿਹੜਾ ਰੱਬ ਦੇ ਪਿਆਰਿਆਂ ਨਾਲ ਹੋਵੇ। ਹਾਂਜੀ, ਉਠਨ ਬੈਠਨ ਜਨ ਕੈ ਸੰਗਾ, ਬੰਦੇ ਨੂੰ ਵੇਖਣਾ ਹੋਵੇ ਨਾ, ਸਿਆਣੇ ਕਹਿੰਦੇ ਨੇ ਇੱਕ ਕਸਵੱਟੀ ਹੈ ਕਿ ਵੇਖੋ ਇਸ ਦਾ ਬੈਠਣ ਉੱਠਣ ਕਿੰਨਾ ਨਾਲ ਹੈ, ਇਹ ਬੈਠਦਾ ਉੱਠਦਾ ਕਿੰਨਾ ਨਾਲ ਹੈ। ਕਹਿੰਦੇ ਨੇ ਰੱਬ ਦੇ ਪਿਆਰਿਆਂ ਨਾਲ ਮੇਰਾ ਬੈਠਣ ਉੱਠਣ ਹੋਵੇ, ਉਹਨਾਂ ਨਾਲ ਪ੍ਰੇਮ ਹੋਵੇ। ਗਿਆਨ ਘਟੇ ਨਰ ਮੂੜ ਕੀ ਸੰਗਤ, ਧਿਆਨ ਘਟੇ ਬਨ ਧੀਰ ਜਿਆਏ। ਮਾਨ ਘਟੇ ਜਬ ਹੀ ਕਿਛ ਮੰਗਤ, ਪ੍ਰੀਤ ਘਟੇ ਨਿਤ ਮਿੱਤਰ ਕੇ ਜਾਏ। ਦਰਬ ਘਟੇ ਜੂਆ ਕੇ ਖੇਲਤ, बुद्ध घटे चिंता चित लाए, उद्यम के किए दलिदर घटे और पाप घटे हर के गुणगार। भाई नंद लाल जी ने एक बचन कहा, वो कहते ने नेक बंदियां दी रब दे प्यारियां दी सोहबत मिल जाए ते तेरे भाग चंगे। मैं जर्रे नूं, मिट्टी दे जर्रे नूं सूरज बनिया वेखिया। वो कहते ने सोहबते नेकां अगर बाशद नसीब, दौलते जावैद याबी है हबीब।
ਜ਼ਰਰਾ ਦੀਦਮ ਕੇ ਖੁਰਸ਼ੀਦ ਜਹਾਂ, ਖੁਰਸ਼ੀਦ ਕਹਿੰਦੇ ਨੇ ਸੂਰਜ ਨੂੰ, ਜ਼ਰਰਾ ਦੀਦਮ ਕੇ ਖੁਰਸ਼ੀਦ ਜਹਾਂ, ਸ਼ੁੱਝ ਫੈਜ਼ੇ ਸੋਹਬਤੇ ਸਾਹਿਬ ਦਿਲਾਂ, ਸਾਹਿਬ ਦਿਲ ਮਨ ਦੇ ਜਿਹੜੇ ਮਾਲਕ ਨੇ, ਮਨ ਦੇ ਗੁਲਾਮ ਨਹੀਂ, ਮਨ ਦੇ ਜਿਹੜੇ ਮਾਲਕ ਨੇ, ਮਨ ਜਿਨ੍ਹਾਂ ਦਾ ਵਸ ਵਿੱਚ ਹੈ, ਉਹਨਾਂ ਦੇ ਕੋਲ ਬੈਠਣ ਉੱਠਣ ਹੋਵੇ, ਉਹਨਾਂ ਕੋਲ ਮੇਰਾ ਬਹਿਣ ਖਲੋਣ ਹੋਵੇ, ਉਹਨਾਂ ਕੋਲ ਮੇਰਾ ਸੰਗ ਹੋਵੇ। ਹਾਂਜੀ, ਜਨ ਚਰ ਰਾਜਮੁਖ ਮਾਥਾ ਲਾਗੇ। ਜਨ ਰੱਬ ਦੇ ਪਿਆਰੇ, ਚਰ ਦਾ ਅਰਥ ਹੈ ਚਰਨ, ਰਜ ਦਾ ਅਰਥ ਹੈ ਧੂੜ। ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੇਰੇ ਮੂੰਹ ਮੱਥੇ ਤੇ ਲੱਗੇ। ਹਾਂਜੀ, ਆਸਾ ਪੂਰਨ ਅਨੰਤ ਤਰੰਗਾ। ਮੇਰੀ ਆਸ ਪੂਰੀ ਹੋ ਜਾਏ ਤੇ ਅੰਦਰ ਬੰਦੇ ਦੇ ਇੰਨੀਆਂ ਲਹਿਰਾਂ, ਸ਼ਾਇਦ ਕਿਸੇ ਦਰਿਆ 'ਚ ਇੰਨੀਆਂ ਲਹਿਰਾਂ ਨਹੀਂ ਉੱਠਦੀਆਂ ਜਿੰਨੀਆਂ ਬੰਦੇ ਦੇ ਅੰਦਰ। ਆਸਾ, ਇੱਕ ਆਸ ਮੁੱਕਦੀ ਨਹੀਂ, ਦੂਸਰੀ ਆ ਗਈ, ਤੀਸਰੀ ਆ ਗਈ। ਕਹਿੰਦੇ ਨੇ ਚਰਨ ਧੂੜ ਨਾਲ ਪੂਰੀਆਂ ਹੁੰਦੀਆਂ ਨੇ। ਇਹ ਚਰਨ ਧੂੜ ਜੇਕਰ ਮਿਲ ਜਾਏ, ਦਾਨ ਮਹਿੰਡਾ ਤਲੇ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਨਾਲ ਹੀ ਕਿਹਾ ਹੋਏਗਾ ਕਿ ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਤੇ ਆਈਏ। ਇੱਕ ਮਿਲ ਜਾਏ ਤੇ ਸਭ ਕੁਝ ਮਿਲ ਗਿਆ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਹੋਰ ਇੱਕ ਬਚਨ ਕਿਹਾ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਅਪਾਰ। ਇੱਕ ਮਿਲ ਜਾਏ ਸਭ ਇੱਛਾ ਪੂਰੀਆਂ। ਇਹ ਜਪ ਕੇ ਅਨੇਕਾਂ ਤਰੰਗਾਂ ਵਾਲੀ, ਉਹ ਸਾਰੀਆਂ ਤਰੰਗਾਂ ਮੁੱਕ ਜਾਂਦੀਆਂ ਨੇ, ਆਸ ਪੂਰੀ ਹੋ ਜਾਂਦੀ ਹੈ। ਆਸ ਨੇ ਆਮ ਕਰਕੇ ਦੁਖੀ ਕੀਤਾ ਸੀ, ਦੁਨੀਆ ਦੀ ਆਸ ਦੁਖੀ ਕਰੇਗੀ, ਰੱਬ ਦੀ ਆਸ, ਗੁਰੂ ਦੀ ਆਸ ਇਹ ਸੁਖੀ ਕਰੇਗੀ। ਹਾਂਜੀ, ਜਨ ਪਾਰ ਬ੍ਰਹਮ ਜਾ ਕੇ ਨਿਰਮਲ ਮਹਿਮਾ। ਜਨ ਜਿਹੜੇ ਨੇ ਰੱਬ ਦੇ ਤੇ ਰੱਬ ਦਾ ਰੂਪ ਨੇ। ਪਾਰ ਬ੍ਰਹਮ ਦੇ ਜਨ ਜਿਹੜੇ ਨੇ, ਇਹਨਾਂ ਦੀ ਮਹਿਮਾ ਇਹ ਤੇ ਆਖੀ ਨਹੀਂ ਜਾਂਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਇਹਨਾਂ ਦੀ ਮਹਿਮਾ ਅਪਰਿਪਾਰ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ। ਕਮਾਲ ਕਹਿੰਦੇ ਨੇ, ਰੱਬ ਦੇ ਪਿਆਰਿਆਂ ਦੇ ਜਿਹੜੇ ਚਰਨ ਨੇ, ਕਰੋੜਾਂ ਤੀਰਥਾਂ ਵਰਗੇ, ਕਰੋੜਾਂ ਗੰਗਾ ਬਰਾਬਰਤਾ ਨਹੀਂ ਕਰ ਸਕਦੀਆਂ। ਇੰਨੇ ਪਵਿੱਤਰ ਨੇ ਚਰਨ ਸਾਧ ਸੰਗਤ ਦੇ। ਇੱਕ ਬਚਨ ਵੱਲ ਧਿਆਨ ਦਿਓ, ਮਾਂਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਵੈਸੇ ਬਚਨ ਬੜਾ ਸਾਫ਼ ਸਿੱਧਾ, ਇਸ਼ਨਾਨ ਕਿਉਂ ਕਰਦੇ ਹੋ? ਮੈਂ ਵੀ ਇਹੋ ਆਖਾਂਗਾ ਵੀ ਤੁਸੀਂ ਵੀ ਕਿ ਧੂੜ ਮਿੱਟੀ ਲੈ ਜਾਏ। ਇਸ਼ਨਾਨ ਇਸੇ ਵਾਸਤੇ ਕਰਨੇ ਆ ਨਾ, ਜ਼ਰਰੇ ਮਿੱਟੀ ਦੇ ਉੱਡਦੇ ਨੇ ਤੇ ਉਤਰ ਜਾਣ, ਇਸ਼ਨਾਨ ਕਰੀਏ। ਇਹਦਾ ਭਾਵ ਧੂੜ ਉਤਾਰਨ ਵਾਸਤੇ ਇਸ਼ਨਾਨ। ਇੱਥੇ ਕਿਹਾ ਧੂੜ ਵਿੱਚ ਹੀ ਇਸ਼ਨਾਨ ਕਰ। ਉਹ ਕਿਸ ਵਾਸਤੇ? ਇਸ ਧੂੜ ਨਾਲ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਉਤਰ ਜਾਏਗੀ। ਜਨਮਾਂ ਜਨਮਾਂ ਕੇ, ਜਨਮ ਜਨਮ ਕੇ ਹੈ ਕਲੰਕਾ। ਇਹ ਜਿਹੜੇ ਕਲੰਕ ਨੇ ਨਾ, ਕਾਲੇ ਪਾਪ ਨੇ, ਇਹ ਸਾਰੇ ਉਤਰ ਜਾਣਗੇ। ਹਾਂਜੀ, ਜਨ ਕੀ ਧੂਰ ਕੀਓ ਮਜਨ ਨਾਨਕ। ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਜਦੋਂ ਇਸ਼ਨਾਨ ਕੀਤਾ। ਹਾਂਜੀ, ਜਨਮ ਜਨਮ ਕੇ ਹਰੇ ਕਲੰਗਾ। ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਸਾਰੇ ਉਤਰ ਗਏ, ਮਨ ਪਵਿੱਤਰ ਹੋ ਗਿਆ। ਤੇ ਮੈਂ ਰੱਬ ਦੇ ਪਿਆਰਿਆਂ ਕੋਲੋਂ ਜਦੋਂ ਬੈਠਣਾ, ਇਹੋ ਗੱਲ ਮੰਗਣਾ। ਵੈਸੇ ਪਤਾ ਲੱਗ ਜਾਏ ਨਾ ਕੋਈ ਸਿਮਰਨ ਵਾਲਾ, ਸੇਵਾ ਵਾਲਾ, ਘੜੀ ਕੋਲ ਬੈਠ ਜਾਈਏ ਤੇ ਕਹਿੰਦੇ ਆ ਸਾਡਾ ਕੰਮ ਮੜਿਆ ਜੀ, ਅਰਦਾਸ ਕਰ ਦਿਓ ਹੋ ਜਾਏਗਾ। ਇਹ ਤੇ ਕੋਈ ਵਿਰਲਾ ਹੀ ਕਹਿੰਦਾ ਜੀ ਅਰਦਾਸ ਕਰ ਦਿਓ, ਰੱਬ ਕਦੀ ਨਾ ਭੁੱਲੇ, ਪ੍ਰਮਾਤਮਾ ਕਦੀ ਨਾ ਵਿਸਰੇ। ਨਾਮ ਜਿਵੇਂ ਤੁਹਾਨੂੰ ਯਾਦ ਆਉਂਦਾ ਇਸੇ ਤਰ੍ਹਾਂ ਮੈਨੂੰ ਵੀ ਯਾਦ ਆਵੇ। ਗੁਰੂ ਕਿਰਪਾ ਕਰੇ ਕਿ ਸਾਥ ਸਾਥ ਸਿਮਰੋ ਗੋਬਿੰਦ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਬਾਕੀ ਚੀਜ਼ਾਂ ਤੇ ਭੁੱਲ ਜਾਈਏ, ਛੱਡ ਜਾਈਏ। ਜਿੱਧਰ ਜਾਵਾਂਗੇ ਸਵਾਸ ਦੇ ਨਾਲ ਹੀ ਜਾਣਗੇ ਨਾ ਸਾਡੇ। ਤੇ ਜੇ ਸਵਾਸਾਂ ਦੇ ਨਾਲ ਨਾਮ ਜੁੜ ਜਾਏ, ਸਵਾਸਾਂ ਨਾਲ ਯਾਦ ਜੁੜ ਜਾਏ, ਸਵਾਸ ਤੇ ਸੁੱਤਿਆਂ ਵੀ ਲੈਣੇ, ਸਵਾਸ ਤੇ ਜਾਗਦਿਆਂ ਵੀ ਲੈਣੇ ਆ। ਇਸੇ ਲਈ ਕਿਹਾ ਸੀ ਸਵਾਸਾਂ ਨਾਲ ਜੁੜ ਜਾਏ, ਕਦੀ ਵੀ ਨਹੀਂ ਭੁੱਲੇਗਾ। ਐਸੀ ਦੀਖਿਆ ਜਨ ਸਿਉ ਮੰਗਾ। ਇਹ ਦੇਖਿਆ ਸਿੱਖਿਆ ਮੰਗੀ ਹੈ ਕਿ ਪ੍ਰਮਾਤਮਾ ਦਾ ਨਾਮ ਨਾ ਭੁੱਲੇ। ਗੁਰੂ ਕਿਰਪਾ ਕਰੇ ਸਦਾ ਵਾਸਤੇ ਯਾਦ ਆਵੇ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ
वाहिगुरु चित आवे, चित आवन का सदका सर्व सुख होवे। 2 दिन हाजरी भरदे आ, बेअंत भुल्लां होईयां होणगीਆਂ, भुल्लां बख्श लैणगीਆਂ, माफ कर देणगीਆਂ। धन गुरु पातशाह दे इस स्थान दा, धन गुरु रामदास दा जोगो जोगो टल, श्री गुरु ग्रंथ साहिब जी दा कोटान कोट शुकर। सतगुरु दे टहलुए जिन्ने ने जोड़े कर सेवा करने वाले, लंगर सेवा करने वाले, सरबत दा धन्नवाद। सिख पंथ दी महान हस्ती सिंह साहब ज्ञानी जगतार सिंह जी हैड ग्रंथी साहब दा धन्नवाद। श्रोमणी गुरुद्वारा प्रबंधक कमेटी सतगुरु इन्हां नूं समर्था बख्शे। औखे समय विच भी सेवावां जिन्हां निभाईयां, सरबत दा बहुत बहुत धन्नवाद। आओ आखिरी पंक्तियां सरवण करो जी, फतेह गजाइए, समाप्ति करिए। हाँ जी। जन पार ब्रह्म जाके निर्मल महिमा, जन के चरण तीरथ कूट गंगा, जन की तूर कियो मज्जन नानक, जन्म जन्म के हरे कलंगा। वाहिगुरु जी का खालसा, वाहिगुरु जी की फतेह।